Good afternoon, everyone. Welcome to Bala's Question Point. ਬਾਲਾਜੀ ਸਟੇਸ਼ਨ ਪੁਆਇੰਟ ਤੇ ਤੁਹਾਡੇ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਸੀਡੀਪੀ ਦੇ ਤੁਹਾਡੇ ਆਪਣੇ ਪੀਟੈਟ ਦੇ ਪੇਪਰ ਐਗਜ਼ਾਮ ਦੀ ਨੋਟੀਫਿਕੇਸ਼ਨ ਆਊਟ ਕੀਤੀ ਗਈ ਸੀ, ਜਿਸ ਦੇ ਕੰਨੀ ਤੋਂ ਬਾਲਾਜੀ ਸਟੇਸ਼ਨ ਪੁਆਇੰਟ ਦੇ ਕੰਨੀ ਤੋਂ YouTube ਚੈਨਲ ਦੇ ਉੱਤੇ ਪੀਟੈਟ ਪ੍ਰੀਵੀਅਸ ਈਅਰ ਐਗਜ਼ਾਮ ਪੇਪਰ ਦੇ ਤੁਹਾਡੇ ਆਪਣੇ ਕੁਐਸਚਨਸ ਕਰਵਾਏ ਜਾ ਰਹੇ ਨੇ। ਜਿਵੇਂ ਕਿ 2020 ਔਰ 21 ਦਾ ਸੀਡੀਪੀ ਦਾ ਪੇਪਰ ਮੇਰੇ ਕੰਨੀ ਤੋਂ ਪਹਿਲਾਂ ਕਰਵਾਇਆ ਗਿਆ ਸੀ, ਅੱਜ ਉਹੀ ਤੁਹਾਡੇ ਨਾਲ 2019-20 ਦਾ ਕੁਐਸਚਨ ਪੇਪਰ ਲੈ ਕੇ ਤਿਆਰ ਹੋਇਆ, ਜੋ ਸੀਡੀਪੀ ਪੈਡਾਗੋਗੀ ਦੇ ਸਿਰਫ 30 ਕੁਐਸਚਨਾਂ ਦੀ ਗੱਲ ਕਰੂਗਾ। ਬਾਲਾਜੀ ਕੁਐਸਚਨ ਪੁਆਇੰਟ ਦੇ ਕੰਨੀ ਤੋਂ ਪੀਟੈਟ ਤੁਹਾਡੇ ਆਪਣੇ 2020 ਸੈਕਿੰਡ ਦੇ ਬੈਚ ਆਲਰੇਡੀ ਆਫਲਾਈਨ ਔਰ ਆਨਲਾਈਨ ਦੋਨੋਂ ਰੈਗੂਲਰ ਤਰੀਕੇ ਦੇ ਨਾਲ ਬੱਚੇ ਨੂੰ ਕਰਵਾਏ ਜਾ ਰਹੇ ਨੇ। 2022 ਦੀ ਗੱਲ ਕਰ ਰਿਹਾ ਫਿਲਹਾਲ ਮੈਂ, ਔਰ ਇਹਦੇ ਨਾਲ ਹੀ ਤੁਹਾਡੇ ਆਪਣੇ ਈਟੀਟੀ ਦੇ ਜੋ ਤੁਹਾਡੀ ਆਪਣੀ ਪੋਸਟਾਂ ਆਊਟ ਕੀਤੀਆਂ ਸੀ ਪੰਜਾਬ ਗਵਰਨਮੈਂਟ ਦੇ ਕੰਨੀ ਤੋਂ, ਉਹਦੇ ਵੀ ਰੈਗੂਲਰ ਤੁਹਾਡੇ ਆਪਣੀ ਕਲਾਸਿਸ ਆਫਲਾਈਨ ਔਰ ਆਨਲਾਈਨ ਰੈਗੂਲਰ ਚੱਲ ਰਹੀਆਂ ਨੇ। ਜੋ ਵੀ ਬੱਚਾ ਲੈਣਾ ਚਾਹੁੰਦਾ ਹੈ, ਮਾਈ ਮੀਨ ਟੂ ਅਗਰ ਕਿਸੇ ਚੀਜ਼ ਨੂੰ ਲੈ ਕੇ ਕੋਈ ਵੀ ਡਾਊਟ ਹੈ ਔਰ ਕੋਰਸ ਨਹੀਂ ਪਰਚੇਸ ਹੋ ਰਿਹਾ, ਫਿਰ ਵੀ ਕਰਨ ਤੋਂ ਬਾਅਦ ਵੀ ਇਸ ਦੇ ਵਿੱਚ ਨੀਚੇ ਬਿਲਕੁਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲੇਗਾ ਜੋ WhatsApp ਦਾ ਫ੍ਰੀ ਗਰੁੱਪ ਬਣਾ ਰੱਖਿਆ ਹੈ ਬਾਲਾਜੀ ਕੁਐਸਚਨ ਪੁਆਇੰਟ ਤੇ ਕਰਨੀ ਤੋਂ। ਅਗਰ ਕਿਸੇ ਬੱਚੇ ਦਾ ਉਹਦੇ ਵਿੱਚ ਕੋਈ ਵੀ ਡਾਊਟ ਆਉਂਦਾ ਤਾਂ ਪਲੀਜ਼ ਤੁਸੀਂ ਉਹ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਆਪਣੀ ਕੋਈ ਵੀ ਡਾਊਟ ਦੇ ਵਿੱਚ ਅਗਰ ਕਲੈਰੀਫਾਈ ਨਹੀਂ ਕੀਤਾ ਜਾਂਦਾ ਪਿਆ ਤਾਂ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਨੰਬਰ ਦੇ ਉੱਤੇ ਆਪਣਾ ਕੋਈ ਵੀ ਡਾਊਟ ਕਲੀਅਰ ਕਰ ਸਕਦੇ ਹੋ। ਕੰਟੈਕਟ ਨੰਬਰ ਹੈ 9646810103। ਅੱਜ ਦੀ ਜੋ ਤੁਹਾਡੀ ਆਪਣੀ ਸੀਡੀਪੀ ਦੀ ਕਲਾਸ ਹੈ ਉਹ ਪੇਪਰ ਪ੍ਰੀਵੀਅਸ ਐਗਜ਼ਾਮ ਪੇਪਰ 2019-20 ਦੇ ਉੱਤੇ ਬੇਸਡ ਹੈ, ਜਿਹਦੇ ਵਿੱਚ ਤੁਹਾਡੇ ਆਪਣੇ 30 ਕੁਐਸਚਨ ਦਿੱਤੇ ਗਏ ਸੀ। ਥੋੜਾ ਬਹੁਤ ਪੇਪਰ ਦੇਖਿਆ ਜਾਵੇ ਤਾਂ ਟਫ ਲੈਵਲ ਦੇ ਜ਼ਰੂਰ ਸੀ, ਕੁਐਸਚਨ ਥੋੜੇ ਬਹੁਤ ਡਾਊਟ ਦੇ ਲਈ ਹੋ ਸਕਦੇ ਨੇ। 23-24 ਮਾਰਕਸ ਬੱਚੇ ਦੇ ਵਿੱਚ ਆਰਾਮ ਨਾਲ ਆ ਸਕਦੇ ਸੀਗੇ, ਠੀਕ ਹੈ। ਥੋੜੇ ਜਿਹੇ ਕੁਐਸਚਨ ਮੁਸ਼ਕਿਲ ਜ਼ਰੂਰ ਨੇ, ਉਹ ਗੱਲ ਕਰੂੰਗਾ ਫਿਲਹਾਲ ਮੁਸ਼ਕਿਲ ਕੁਐਸਚਨਾਂ ਦੀ, ਕਿ ਉੱਥੇ ਜਿਹੜੇ ਮੁਸ਼ਕਿਲ ਕੁਐਸਚਨ ਦੇ ਆਨਸਰ ਤੁਸੀਂ ਨਹੀਂ ਦੇ ਪਾਏ ਹੋ ਔਰ ਐਕਚੁਅਲ ਦੇ ਵਿੱਚ ਕਹਿਣਾ ਕੀ ਚਾਹੁੰਦਾ ਸੀ ਕੁਐਸਚਨ ਦੇ ਵਿੱਚ ਔਰ ਆਨਸਰਸ ਬੱਚੇ ਨੇ ਕੀ ਬਣਾਏ ਹੋਣਗੇ। ਤਾਂ ਉਸ ਨੂੰ ਲੈ ਕੇ ਅੱਜ ਫਸਟ ਕੁਐਸਚਨ ਆਪਾਂ ਸ਼ੁਰੂਆਤ ਕਰਾਂਗੇ। ਜਿਵੇਂ ਕਿ ਫਸਟ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਹੈ ਦਾ ਮੋਸਟ ਇੰਪੋਰਟੈਂਟ ਫੈਕਟਰ, ਇੱਕ ਗੱਲ ਕੀਤੀ ਕਿ ਇੰਪੋਰਟੈਂਟ ਫੈਕਟਰ ਦੀ, ਜਿੱਥੇ ਵਰਡ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੱਥੇ ਮੋਸਟ ਇੰਪੋਰਟੈਂਟ ਆ ਜਾਂਦਾ ਹੈ ਉੱਥੇ ਸਿਰਫ ਔਰ ਸਿਰਫ ਆਨਸਰ ਇੱਕੋ ਹੀ ਪੇਸ਼ ਕੀਤਾ ਜਾਊਗਾ ਜਾਂ ਇੱਕੋ ਹੀ ਇੱਕ ਕੁਐਸਚਨ ਦੇ ਉੱਤੇ ਟਿਕ ਮਾਰਕ ਕੀਤੀ ਜਾਊਗੀ। ਤੇ ਇੱਥੇ ਗੱਲ ਕਰਦਾ ਹੈ ਦ ਮੋਸਟ ਇੰਪੋਰਟੈਂਟ ਫੈਕਟਰ ਇਨਫਲੂਐਂਸ ਹਿਊਮਨ ਇੰਟੈਲੀਜੈਂਸ। ਇੱਕ ਕਹਿ ਸਕਦੇ ਆ ਕਿ ਮਨੁੱਖੀ ਜਿਹੜੀ ਬੁੱਧੀ ਹੁੰਦੀ ਹੈ ਉਹਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਸਭ ਤੋਂ ਮਹੱਤਵਪੂਰਨ ਕਾਰਕ ਕਿਹੜਾ ਹੋ ਸਕਦਾ ਹੈ। ਜਿਵੇਂ ਕਿ ਆਪਸ਼ਨ ਦਿੱਤੀ ਹੋਈ ਨੀਚੇ ਤੁਹਾਡੇ ਵਾਸਤੇ। ਫਸਟ ਆਪਸ਼ਨ ਹੈ ਹੈਰੀਡਿਟਰੀ ਦੀ, ਬੀ ਆਪਸ਼ਨ ਤੁਹਾਡੇ ਵਾਸਤੇ ਇਨਵਾਇਰਨਮੈਂਟ ਦੀ, ਔਰ ਸੀ ਆਪਸ਼ਨ ਤੁਹਾਡੇ ਵਾਸਤੇ ਬੋਥ ਆਫ ਅਬਵ ਦੀ, ਜਾਂ ਡੀ ਆਪਸ਼ਨ ਤੁਹਾਡੇ ਵਾਸਤੇ ਨਨ ਆਫ ਅਬਵ ਦੀ। ਤਾਂ ਤੁਹਾਨੂੰ ਅਗਰ ਪਤਾ ਵੀ ਹੈ, ਤੁਹਾਨੂੰ ਪਹਿਲਾਂ ਵੀ ਦੱਸਿਆ ਫਿਲਹਾਲ ਮੈंने ਆਪਣੇ ਪਹਿਲੇ ਲੈਕਚਰਸ ਦੇ ਵਿੱਚ, ਕਿ ਜਦੋਂ ਅਸੀਂ ਗੱਲ ਕਰਦੇ ਆਪਣੀ ਇੰਟੈਲੀਜੈਂਸ ਦੇ ਬੇਸ ਤੇ ਇਹਦੇ ਦੋ ਹੀ ਪ੍ਰੋਡਕਟ ਪਾਏ ਜਾਂਦੇ ਨੇ। ਦੋ ਪ੍ਰੋਡਕਟ ਕਿਹੜੇ ਕਿਹੜੇ ਹੁੰਦੇ ਨੇ? ਇੱਕ ਸਾਡੇ ਵਾਸਤੇ ਹੈਰੀਡਿਟਰੀ ਫਸਟ ਪ੍ਰੋਡਕਟ ਹੁੰਦੀ ਹੈ ਜੋ ਇਹਦੇ ਵਿੱਚ ਮੰਨੀ ਜਾਂਦੀ ਕਿ ਜ਼ਰੂਰੀ ਹੈ, ਕਿਉਂਕਿ ਕੁਝ ਨਾ ਕੁਝ ਬੇਸਿਕ ਇੰਟੈਲੀਜੈਂਸੀ ਸਾਡੇ ਆਪਣੇ ਫੋਰ ਫਾਦਰਸ ਤੋਂ ਮਿਲਦੀ ਹੈ, ਆਫ ਸਪਰਿੰਗਸ ਤੋਂ ਮਿਲਦੀ ਹੈ, ਆਈ ਮੀਨ ਟੂ ਸਾਡੇ ਪੇਰੈਂਟਸ ਤੋਂ ਮਿਲਦੀ ਹੈ, ਜਾਂ ਫਿਰ ਕਹਿ ਸਕਦੇ ਕਿ ਇਮੀਡੀਏਟ ਇਨਵਾਇਰਨਮੈਂਟ ਜੋ ਬੱਚੇ ਦੇ ਨਾਲ ਰੋਜ਼ ਮਿਲਦਾ ਜੁਲਦਾ ਹੈ ਉਹਨਾਂ ਦੇ ਨਾਲ ਮਿਲਦੀ ਹੈ। ਤਾਂ ਹੈਰੀਡਿਟੀ ਇਹਦੇ ਵਿੱਚ ਮੇਨ ਤੁਹਾਡੇ ਵਾਸਤੇ ਰੱਖੀ ਜਾਊਗੀ। ਔਰ ਦੂਸਰੀ ਗੱਲ ਇਨਵਾਇਰਨਮੈਂਟ ਜੋ ਸਾਡੀ ਸੁਸਾਇਟੀ ਹੈ, ਜੋ ਵਿਗੋਸਕੀ ਨੇ ਗੱਲ ਕੀਤੀ ਇਸ ਚੀਜ਼ ਉੱਤੇ, ਤਾਂ ਉਹ ਵੀ ਮੇਨ ਇੱਕ ਸਾਡੇ ਵਾਸਤੇ ਮੇਨ ਫੈਕਟਰ ਹੈ ਜੋ ਹਿਊਮਨ ਇੰਟੈਲੀਜੈਂਸ ਨੂੰ ਕੀ ਕਰਦਾ ਹੈ, ਇਨਫਲੂਐਂਸ ਕਰਦਾ ਹੈ, ਇਫੈਕਟ ਕਰਦਾ ਹੈ। ਤਾਂ ਇੰਪੋਰਟੈਂਟ ਫੈਕਟਰ ਦੀ ਗੱਲ ਕੀਤੀ ਗਈ ਹੈ, ਤਾਂ ਇਹਦੇ ਵਾਸਤੇ ਜਿਹੜਾ ਆਨਸਰ ਆਏਗਾ ਤੁਹਾਡੇ ਵਾਸਤੇ ਉਹ ਬੋਥ ਆਫ ਅਬਵ ਆਏਗਾ। ਉੱਪਰ ਦਿੱਤੇ ਦੋਨੋਂ ਕਾਰਕ ਬੱਚੇ ਦੀ ਜਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਮਨੁੱਖੀ ਦੀ ਇੰਟੈਲੀਜੈਂਸ ਨੂੰ ਕੀ ਕਰਦੇ ਨੇ, ਪ੍ਰਭਾਵਿਤ ਕਰਦੇ ਨੇ। ਕੁਐਸਚਨ ਨੰਬਰ ਸੈਕਿੰਡ, ਇਸ ਚੀਜ਼ ਦੇ ਉੱਤੇ ਥੋੜਾ ਬੱਚੇ ਨੂੰ ਡਾਊਟ ਆਊਗਾ। ਕੁਐਸਚਨ ਦੇ ਵਿੱਚ ਪਹਿਲਾਂ ਤਾਂ ਦੇਖੋ ਕਹਿੰਦਾ ਕੀ ਹੈ। ਸੋ ਕੁਐਸਚਨ ਨੰਬਰ ਸੈਕਿੰਡ ਦੇ ਵਿੱਚ ਜਨਰਲੀ ਆਮ ਤੌਰ ਤੇ ਦਾ ਬੇਬੀ ਐਕਸਪ੍ਰੈਸ, ਜਿਹੜਾ ਬੱਚਾ ਹੁੰਦਾ ਹੈ ਐਕਸਪ੍ਰੈਸ ਕਰੂਗਾ ਸਮਾਈਲਿੰਗ ਨੂੰ, ਠੀਕ ਹੈ, ਆਪਣੇ ਇਮੋਸ਼ਨ ਨੂੰ ਐਕਸਪ੍ਰੈਸ ਕਰੂਗਾ ਤੁਹਾਡੇ ਸਾਹਮਣੇ। ਕਦੋਂ ਐਕਸਪ੍ਰੈਸ ਕਰੂਗਾ? ਵੈਨ ਇਟਸ ਫੇਸ ਔਰ ਚੀਕਸ, ਜਦੋਂ ਬੱਚੇ ਤੁਸੀਂ ਕਹਿ ਸਕਦੇ ਇੱਕ ਤਰ੍ਹਾਂ ਦੀ ਚਿਹਰੇ ਨੂੰ ਜਾਂ ਚੀਕਸ ਨੂੰ ਕਹਿ ਸਕਦੇ ਗੱਲਾਂ ਨੂੰ ਆ ਟਚ ਜੈਂਟਲੀ, ਬੜੇ ਪਿਆਰ ਦੇ ਤਰੀਕੇ ਦੇ ਨਾਲ, ਜਾਂ ਕਹਿ ਸਕਦੇ ਚੰਗੇ ਤਰੀਕੇ ਨਾਲ ਤੁਸੀਂ ਉਹਨੂੰ ਟਚ ਕਰਦੇ ਹੋ ਚੀਕਸ ਨੂੰ ਔਰ ਫੇਸ ਨੂੰ, ਠੀਕ ਹੈ। ਇਟ ਹੈਪਨਸ ਡਿਊ ਟੂ, ਇਹ ਕਿਵੇਂ ਹੋਣਗੀਆਂ? ਬੱਚਾ ਸਮਾਈਲਿੰਗ ਕਰ ਦਿੰਦਾ ਹੈ ਜੇ ਤੁਸੀਂ ਉਹਦੇ ਗੱਲਾਂ ਨੂੰ ਟਚ ਕਰਦੇ ਹੋ, ਹਨਾ, ਕਿ ਉਹ ਵੋਲੰਟਰੀ ਤਰੀਕੇ ਨਾਲ ਇਸ ਚੀਜ਼ ਨੂੰ ਪੇਸ਼ ਕਰਦਾ ਕਿ ਇਨਵੋਲੰਟਰੀ ਤਰੀਕੇ ਦੇ ਨਾਲ। ਤਾਂ ਪਹਿਲਾਂ ਵੀ ਜਿਵੇਂ ਕਿ ਤੁਹਾਨੂੰ ਆਨਲਾਈਨ ਆਫਲਾਈਨ ਕਲਾਸਿਸ ਦੋਨਾਂ 'ਚ ਸਮਝਾ ਰੱਖਿਆ ਸੀਗਾ
ਕਿ ਜਦੋਂ ਬੱਚਾ ਹਜੇ ਛੋਟਾ ਬੱਚਾ ਹੈ ਤੁਸੀਂ ਉਹ ਐਕਸਪ੍ਰੈਸ ਕਰਦਾ ਆਪਣੀ ਸਮਾਈਲਿੰਗ ਨੂੰ ਤੁਹਾਡੇ ਸਾਹਮਣੇ ਵੀ ਹਾਂ ਤੁਸੀਂ ਮੈਨੂੰ ਟੱਚ ਕੀਤਾ ਬੜੇ ਜੈਂਟਲੀ ਤਰੀਕੇ ਦੇ ਨਾਲ, ਉਹ ਬੱਚੇ ਨੇ ਐਕਸਪ੍ਰੈਸ ਕੀਤੇ ਆਪਣੇ ਇਮੋਸ਼ਨਸ ਨੂੰ, ਉਹ ਇਨਵੋਲੰਟਰੀ ਹੁੰਦੇ ਨੇ, ਆਪਣੇ ਆਪ ਪੇਸ਼ ਹੁੰਦੇ ਨੇ, ਔਰ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਹ ਆਪਣੇ ਨਾਲ ਡਿਸਪੀਅਰ ਹੁੰਦੇ ਜਾਂਦੇ ਨੇ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਛੋਟਾ ਬੱਚਾ ਹੈ, ਜਦੋਂ ਤੁਸੀਂ ਉਹਦੇ ਗੱਲਾਂ ਨੂੰ ਟੱਚ ਕੀਤਾ ਜਾਂ ਫੇਸ ਨੂੰ ਟੱਚ ਕੀਤਾ ਤਾਂ ਬੱਚੇ ਨੇ ਇਮੋਸ਼ਨ ਐਕਸਪ੍ਰੈਸ ਕੀਤੇ, ਉਹ ਆਪਣੇ ਨਾਲ ਕਹਿ ਸਕਦੇ ਇੱਕ ਇਨੇਟ ਐਕਸਪ੍ਰੈਸ਼ਨ ਲੈ ਕੇ ਆਇਆ ਸੀਗਾ ਜਮਾਂਦਰੂ ਤਰੀਕੇ ਦੇ ਨਾਲ। ਜਿਵੇਂ ਜਿਵੇਂ ਉਮਰ ਵੱਧਦੀ ਜਾਊਗੀ ਉਹ ਚੀਜ਼ ਕੀ ਹੋ ਜਾਂਦੀ ਹੈ, ਡਿਸਅਪੀਅਰ ਹੋ ਜਾਂਦੀ ਹੈ। ਤਾਂ ਕੁਐਸਚਨ ਦੇ ਅਕੋਰਡਿੰਗ ਜਿਹੜੇ ਹੁਣ ਆਨਸਰਸ ਦਿੱਤੇ ਹੋਏ ਨੇ ਉਹ ਧਿਆਨ ਨਾਲ ਦੇਖੋ ਤੁਸੀਂ ਕਿਹੜੇ ਦਿੱਤੇ ਹੋਏ ਨੇ। ਰਿਫਲੈਕਸ ਐਕਸ਼ਨ, ਬੀ ਆਪਸ਼ਨ ਤੁਹਾਡੇ ਵਾਸਤੇ ਇਮੋਸ਼ਨਲ ਰਿਐਕਸ਼ਨ, ਸੀ ਆਪਸ਼ਨ ਤੁਹਾਡੇ ਵਾਸਤੇ ਡਿਸਪਲੇ ਆਫ ਗੁੱਡ ਗੈਸਚਰਸ, ਔਰ ਡੀ ਆਪਸ਼ਨ ਤੁਹਾਡੇ ਵਾਸਤੇ ਕੰਡੀਸ਼ਨਿੰਗ। ਤਾਂ ਇੱਥੇ ਐਕਸ਼ਨ ਦੀ ਗੱਲ ਕੀਤੀ ਗਈ ਹੈ, ਜਿਵੇਂ ਹੀ ਤੁਸੀਂ ਬੱਚੇ ਚੀਕਸ ਨੂੰ ਟੱਚ ਕੀਤਾ ਤੇ ਬੱਚੇ ਨੇ ਇਮੋਸ਼ਨ ਐਕਸਪ੍ਰੈਸ ਕੀਤੇ, ਮੈਂ ਕਿਹਾ ਉਹ ਇਨਵੋਲੰਟਰੀ ਹੈ, ਉਹਦੇ ਉੱਤੇ ਕੰਟਰੋਲ ਨਹੀਂ ਹੈਗਾ ਕਿਸੇ ਵੀ ਚੀਜ਼ ਉੱਤੇ। ਜਿਵੇਂ ਜਿਵੇਂ ਉਮਰ ਵੱਧਦੀ ਜਾਊਗੀ ਉਹ ਚੀਜ਼ ਆਪਣੇ ਆਪ ਤਰੀਕੇ ਨਾਲ ਕੀ ਹੁੰਦੀ ਜਾਊਗੀ, ਡਿਸਅਪੀਅਰ ਹੁੰਦੀ ਜਾਊਗੀ। ਤੇ ਇਹਦੇ ਵਾਸਤੇ ਜਿਹੜਾ ਆਨਸਰ ਆਏਗਾ ਤੁਹਾਡਾ ਉਹ ਏ ਆਪਸ਼ਨ ਆਏਗੀ, ਜਿਹਨੂੰ ਅਸੀਂ ਕੀ ਬੋਲਦੇ ਆ, ਰਿਫਲੈਕਸ ਐਕਸ਼ਨ। ਤਾਂ ਏ ਆਪਸ਼ਨ ਤੁਹਾਡੇ ਵਾਸਤੇ ਰਾਈਟ ਆਨਸਰ ਲੈ ਕੇ ਆਊਗੀ। ਏ ਆਪਸ਼ਨ ਰਿਫਲੈਕਸ ਐਕਸ਼ਨ ਨੇ ਜੋ ਇਨਵੋਲੰਟਰੀ ਹੈ, ਜੋ ਸਾਡਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ, ਕੰਟਰੋਲ ਕੀਤਾ ਵੀ ਨਹੀਂ ਜਾਂਦਾ ਕਿਉਂਕਿ ਬੱਚਾ ਇਹਦੇ ਵਿੱਚ ਕੀ ਹੈ ਜੀ ਥੋੜਾ ਛੋਟਾ ਹੈ। ਠੀਕ ਹੈ, ਨੈਕਸਟ ਆਓ ਥਰਡ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੈ। ਹੁਣੀ ਕੁਝ ਪਹਿਲਾਂ ਹਫਤਾ ਪਹਿਲਾਂ ਮੈਂ ਇਸ ਚੀਜ਼ ਉੱਤੇ ਗੱਲ ਕਰਕੇ ਆਇਆ ਸੀਗਾ, ਜਿਸ 'ਚ ਅਸੀਂ ਗੱਲ ਕੀਤੀ ਹੈ ਸੋਸ਼ਲ ਸਟ੍ਰੈਟੀਫਿਕੇਸ਼ਨ ਦੀ। ਸਟ੍ਰੈਟੀਫਿਕੇਸ਼ਨ ਦਾ ਮਤਲਬ ਹੁੰਦਾ ਕੀ ਹੈ, ਪਹਿਲੀ ਗੱਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਸਟ੍ਰੈਟੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਜੋ ਅੱਜ ਕੱਲ੍ਹ ਸੋਸਾਇਟੀ ਦੇ ਵਿੱਚ ਚੱਲਦਾ ਪਿਆ, ਅਪਰ ਮਿਡਲ ਕਲਾਸ, ਠੀਕ ਹੈ, ਲੋਅਰ ਮਿਡਲ ਕਲਾਸ, ਮਿਡਲ ਕਲਾਸ, ਮਤਲਬ ਤੁਹਾਡਾ ਸਟੈਂਡਰਡ ਆਫ ਲਿਵਿੰਗ ਜੋ ਕਿਸ ਦੇ ਉੱਤੇ ਬੇਸਡ ਹੋਗਾ, ਤੁਹਾਡੀ ਆਪਣੀ ਸੋਸ਼ੋ ਇਕਨੋਮਿਕ ਸਟਰਕਚਰ ਉੱਤੇ ਬੇਸਡ ਹੋਣਾ ਚਾਹੀਦਾ ਹੈ, ਰੁਪਏ ਪੈਸੇ ਉੱਤੇ ਬੇਸਡ ਹੁੰਦਾ ਹੈ। ਠੀਕ ਹੈ, ਕਾਸਟ ਸਿਸਟਮ ਨਹੀਂ ਇਹਦੇ ਵਿੱਚ ਆਉਂਦੀ। ਠੀਕ ਹੈ, ਅਪਰ ਕਲਾਸ ਜਿਹੜੀ ਹੁੰਦੀ ਹੈ, ਲੋਅਰ ਮਿਡਲ ਕਲਾਸ ਹੁੰਦੀ ਹੈ, ਮਿਡਲ ਕਲਾਸ ਹੁੰਦੀ ਹੈ, ਉਸ ਚੀਜ਼ ਦੀ ਗੱਲ ਕੀਤੀ ਗਈ ਹੈ। ਮਤਲਬ ਪੰਜਾਬੀ ਦੇ ਵਿੱਚ ਆਲਰੇਡੀ ਮੈਂਸ਼ਨ ਵੀ ਕੀਤਾ ਹੋਇਆ ਸਮਾਜਿਕ ਪੱਧਰੀਕਰਨ ਕਿਸ ਉੱਤੇ ਮਤਲਬ ਐਕਸਪ੍ਰੈਸ ਹੋਏਗਾ। ਤਾਂ ਆਪਸ਼ਨਾਂ ਦਿੱਤੀ ਹੋਈਆਂ ਨੇ, ਕਾਫੀ ਬੱਚਿਆਂ ਨੇ ਕੁਐਸਚਨ ਗਲਤ ਵੀ ਕੀਤਾ ਸੀਗਾ ਫਿਲਹਾਲ। ਤਾਂ ਇਹ ਆਪਸ਼ਨ ਕੀ ਕਹਿੰਦੀ ਹੈ ਇਹਦੇ ਵਿੱਚ, ਦਾ ਕਰੈਕਟਰਿਸਟਿਕਸ ਡਿਨੋਟਿੰਗ, ਉਹ ਜਿਹੜੇ ਤੁਹਾਡੇ ਆਪਣੇ ਵਿਸ਼ੇਸ਼ਤਾਵਾਂ ਨੇ ਜਿਹਦੇ ਵਿੱਚ ਤੁਹਾਡੀ ਆਪਣੀ ਸੁਸਾਇਟੀ ਦੀ ਕੀ ਆਣਗੀਆਂ, ਸੋਸ਼ੋ ਇਕਨੋਮਿਕ ਸਟਰਕਚਰ। ਆਨਸਰ ਵੀ ਇਹੀ ਆਊਗਾ ਫਿਲਹਾਲ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਿਆ ਸੀ ਸੋਸ਼ੋ ਇਕਨੋਮਿਕ ਸਟਰਕਚਰ ਦਾ ਮਤਲਬ ਹੁੰਦਾ ਜਿਹਦੇ ਵਿੱਚ ਅਸੀਂ ਮਿਡਲ ਕਲਾਸ ਫੈਮਿਲੀ ਦਾ ਲੋਅਰ ਮਿਡਲ ਕਲਾਸ ਫੈਮਿਲੀ ਦੇ ਨਾਲ ਕਹਿ ਸਕਦੇ ਕਿ ਇੱਕ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਪਾਇਆ ਜਾਂਦਾ ਹੈ, ਜਾਂ ਅਪਰ ਵਾ ਲੋਅਰ ਦੇ ਨਾਲ ਪਾਇਆ ਜਾਂਦਾ ਹੈ, ਜਾਂ ਮਿਡਲ ਦੇ ਨਾਲ ਪਾਇਆ ਜਾਂਦਾ ਹੈ। ਤਾਂ ਡਿਪੈਂਡ ਕਰਦਾ ਤੁਹਾਡਾ ਆਪਣਾ ਕਿਸ ਤਰ੍ਹਾਂ ਤੁਹਾਡਾ ਆਪਣਾ ਪੱਧਰ ਹੋਏਗਾ ਸੁਸਾਇਟੀ ਨੂੰ ਲੈ ਕੇ। ਤਾਂ ਆਨਸਰ ਇਹੀ ਬਣੇਗਾ। ਬਟ ਬਾਕੀ ਆਪਾਂ ਆਪਸ਼ਨ ਹੋਰ ਵੀ ਦੇਖ ਲੈਂਦੇ ਹਾਂ, ਆਪਸ਼ਨ ਕੋਈ ਹੋਰ ਵੀ ਆ ਸਕਦੀ ਹੈ, ਲੇਕਿਨ ਆਨਸਰ ਇਹੀ ਸੈੱਟ ਕੀਤਾ ਗਿਆ ਏ ਆਪਸ਼ਨ, ਕਿਉਂਕਿ ਡੈਫੀਨੇਸ਼ਨ ਖੁਦ ਹੀ ਐਕਸਪ੍ਰੈਸ ਕਰਦੀ ਹੈ ਕਿ ਸੋਸ਼ੋ ਇਕਨੋਮਿਕ ਸਟਰਕਚਰ ਦਾ ਭੇਦਭਾਵ ਹੋਣਾ ਹੀ ਸਾਡੇ ਵਾਸਤੇ ਕੀ ਹੁੰਦਾ ਹੈ, ਸਮਾਜਿਕ ਪੱਧਰੀਕਰਨ ਹੁੰਦਾ ਹੈ। ਤਾਂ ਬੀ ਆਪਸ਼ਨ ਕਹਿੰਦੀ ਕੀ ਹੈ, ਦਾ ਲੈਵਲ ਆਫ ਦੀ ਫੈਮਿਲੀ ਇਨ ਦਾ ਕਾਸਟ। ਇੱਥੇ ਕਾਸਟ ਦੀ ਗੱਲ ਕੀਤੀ ਗਈ ਹੈ, ਲੇਕਿਨ ਕਾਸਟ ਵਾਸਤੇ ਡੈਫੀਨੇਸ਼ਨ ਇਹ ਪਰਫੈਕਟ ਨਹੀਂ ਹੈਗੀ। ਠੀਕ ਹੈ, ਕਾਸਟ ਹਾਇਰਾਰਕੀ ਦੀ ਗੱਲ ਨਹੀਂ ਕੀਤੀ ਗਈ ਹੈ। ਸੀ ਆਪਸ਼ਨ ਕਹਿੰਦੀ ਕੀ ਹੈ, ਕਲਾਸੀਫਿਕੇਸ਼ਨ ਬੇਸਡ ਔਨ ਦ ਡੈਮੋਗ੍ਰਾਫੀ ਆਫ ਦੀ ਪੋਪੂਲੇਸ਼ਨ। ਡੈਮੋਗ੍ਰਾਫੀ ਦੀ ਗੱਲ ਕਰਦੇ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸੈਕਸ ਸਿਸਟਮ ਦੀ। ਮਤਲਬ ਡੈਮੋਗ੍ਰਾਫੀ ਦੇ ਵਿੱਚ ਦੇਖਿਆ ਜਾਂਦਾ ਕਿ ਜਨਸੰਖਿਆ ਦੇ ਆਧਾਰ ਤੇ ਵਰਗੀਕਰਨ ਕੀਤਾ ਜਾਊਗਾ, ਨਹੀਂ, ਐਸੀ ਆਪਸ਼ਨ ਕੋਈ ਵੀ ਨਹੀਂ ਪਾਈ ਜਾਂਦੀ ਹੁੰਦੀ। ਠੀਕ ਹੈ, ਔਰ ਦੂਸਰੀ ਗੱਲ ਕੀਤੀ ਗਈ ਡੀ ਆਪਸ਼ਨ ਦੇ ਵਿੱਚ, ਦ ਡਿਫਰੈਂਸ ਡੋਨੇਟਿੰਗ ਦ ਲੈਵਲ ਆਫ ਦ ਸੋਸ਼ਲ ਰਿਸਪੈਕਟ। ਸਮਾਜਿਕ ਸਨਮਾਨ ਦੀ ਗੱਲ ਕੀਤੀ ਗਈ ਹੈ, ਕਿਉਂਕਿ ਪੱਧਰੀਕਰਨ ਪੱਧਰ ਕੋਈ ਵੀ ਰਿਸਪੈਕਟ ਉੱਤੇ ਡਿਪੈਂਡ ਨਹੀਂ ਕਰਦਾ। ਪੱਧਰ ਹਮੇਸ਼ਾ ਸੈੱਟ ਕੀਤਾ ਜਾਂਦਾ ਲੈਵਲ ਆਫ ਸੁਸਾਇਟੀ ਦੇ ਬੇਸ ਤੇ। ਕੋਈ ਉੱਪਰ ਮਤਲਬ ਕੋਈ ਜ਼ਿਆਦਾ ਪੈਸੇ ਵਾਲਾ ਜਿਹਦੇ ਪਾਸ ਫਾਈਨਾਂਸ ਦੀ ਕੋਈ ਪ੍ਰੋਬਲਮ ਨਹੀਂ ਹੈ, ਫੰਡ ਦੀ ਕੋਈ ਪ੍ਰੋਬਲਮ ਨਹੀਂ ਹੈ, ਸੋਸ਼ਲ ਸਟ੍ਰੈਟੀਫਿਕੇਸ਼ਨ ਸਿਰਫ ਔਰ ਸਿਰਫ ਤੁਹਾਡੇ ਆਪਣੇ ਸੁਸਾਇਟੀ ਦੇ ਇਕਨੋਮਿਕ ਸਟਰਕਚਰ ਨੂੰ ਕੀ ਕਰੂਗਾ, ਇਨਫਲੂਐਂਸ ਕਰੂਗਾ। ਤਾਂ ਡੀ ਆਪਸ਼ਨ ਕਈ ਬੱਚਿਆਂ ਨੇ ਕਲਿੱਕ ਕੀਤੀ ਸੀ, ਪਰ ਉਹ ਡੀ ਆਪਸ਼ਨ ਸਾਡੇ ਵਾਸਤੇ ਗਲਤ ਹੈ, ਕਿਉਂਕਿ ਸਮਾਜ ਦਾ ਜਿਹੜਾ ਪੱਧਰੀਕਰਨ ਹੁੰਦਾ ਹੈ ਸਿਰਫ ਸਮਾਜਿਕ ਆਰਥਿਕ ਢਾਂਚੇ ਉੱਤੇ ਡਿਪੈਂਡ ਕਰਦਾ ਹੈ, ਤੁਹਾਡੇ ਆਪਣੇ ਸੋਸ਼ੋ ਇਕਨੋਮਿਕ ਸਟਰਕਚਰ ਉੱਤੇ ਡਿਪੈਂਡ ਕਰਦਾ ਹੈ। ਤਾਂ ਧਿਆਨ ਰੱਖਣਾ ਇਹਦੇ ਵਾਸਤੇ ਜਿਹੜੇ ਆਪਸ਼ਨ ਆਏਗੀ ਤੁਹਾਡੇ ਵਾਸਤੇ ਉਹ ਏ ਆਪਸ਼ਨ ਹੀ ਆਏਗੀ ਫਿਲਹਾਲ। ਨੈਕਸਟ ਆਓ ਫੋਰਥ ਕੁਐਸਚਨ, ਇੰਪੋਰਟੈਂਟ ਕੁਐਸਚਨ ਸੀ ਥਰਡ ਕੁਐਸਚਨ, ਉਹ ਥੋੜਾ ਡਾਊਟਫੁਲ ਕੁਐਸਚਨ ਵੀ ਸੀਗਾ ਕਿਉਂਕਿ ਸਰਟੀਫਿਕੇਸ਼ਨ ਦੀ ਗੱਲ ਕੀਤੀ ਹੈ ਇਸ ਚੀਜ਼ ਨੂੰ ਲੈ ਕੇ। ਨੈਕਸਟ ਅਗਲਾ ਕੁਐਸਚਨ ਕੀ ਕਹਿੰਦਾ ਇਸ ਦੇ ਵਿੱਚ, ਡੀ ਫੋਰਥ ਕੁਐਸਚਨ ਦੇ ਵਿੱਚ, ਦਾ ਮੀਨਿੰਗ ਆਫ ਪਰਸਨਲਾਈਜ਼ਡ ਟੀਚਿੰਗ ਇਜ਼। ਪਰਸਨਲਾਈਜ਼ਡ ਟੀਚਿੰਗ ਦਾ ਮਤਲਬ ਕੀ ਹੁੰਦਾ ਹੈ, ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਟੀਚਰ ਜਿਹੜਾ ਹੋਏਗਾ ਉਹ ਬੱਚੇ ਦੀ ਅਬਿਲਿਟੀ ਅਕੋਰਡਿੰਗ ਕੀ ਕਰੂਗਾ, ਟੀਚ ਕਰੂਗਾ। ਆਈ ਮੀਨ ਟੂ ਇੱਥੇ ਡੈਫੀਨੇਸ਼ਨ ਪੁੱਛੀ ਗਈ ਹੈ ਪਰਸਨਲਾਈਜ਼ਡ ਟੀਚਿੰਗ ਦੀ। ਪਰਸਨਲਾਈਜ਼ਡ ਟੀਚਿੰਗ ਕਹਿਣ ਦਾ ਮਤਲਬ ਇਹ ਹੈ
ਜਿਹਦੇ ਵਿੱਚ ਇੱਕ ਟੀਚਰ ਬੱਚੇ ਦੀ ਹਰ ਇੱਕ ਨੀਡਸ ਨੂੰ ਕੈਟਰ ਕਰੇਗਾ, ਉਹਦੀ ਨੀਡਸ ਨੂੰ ਫੁੱਲਫਿਲ ਕਰੇਗਾ, ਕਿਉਂਕਿ ਜਿਹੜਾ ਬੱਚਾ ਉਹ ਆਪਣੇ ਆਪ ਦੇ ਵਿੱਚ ਕੀ ਹੈ, ਇਨਕਲੂਸਿਵ ਐਜੂਕੇਸ਼ਨ ਵਾਲਾ ਬੱਚਾ ਹੈ। ਠੀਕ ਹੈ, ਤਾਂ ਆਪਸ਼ਨ ਫਿਲਹਾਲ ਸਾਰੀ ਚੈੱਕ ਕਰਾਂਗੇ। ਟੂ ਟੀਚ ਚਿਲਡਰਨ ਪਰਸਨੈਲਿਟੀ, ਬੱਚੇ ਦੀ ਪਰਸਨੈਲਿਟੀ ਨੂੰ ਟੀਚ ਕਰਨਾ, ਜਦ ਕਿ ਗਲਤ ਹੈ। ਉੱਥੇ ਡੈਫੀਨੇਸ਼ਨ ਪੁੱਛੀ ਗਈ ਹੈ ਪਰਸਨਲਾਈਜ਼ ਟੀਚਿੰਗ ਦੀ। ਠੀਕ ਹੈ, ਬੀ ਆਪਸ਼ਨ ਤੇ ਆਓ, ਟੂ ਗਿਵ ਟਿਊਸ਼ਨ ਇੰਡੀਵਿਜੂਅਲੀ। ਐਨਸੀਐਫ ਕਹਿੰਦਾ ਸੀ ਕਿ ਬੱਚੇ ਨੂੰ ਟਿਊਸ਼ਨ ਵਾਸਤੇ ਨਾ ਰੱਖਿਆ ਜਾਵੇ, ਜੋ ਵੀ ਤੁਹਾਡੇ ਆਪਣੇ ਰਿਕੁਆਇਰਮੈਂਟਸ ਹੈਗੀਆਂ ਬੱਚੇ ਨੂੰ ਲੈ ਕੇ, ਉਹ ਸਕੂਲ ਦੇ ਵਿੱਚ ਹੀ ਕੀ ਕੀਤੀ ਜਾਣਗੀਆਂ, ਫੁੱਲਫਿਲ ਕੀਤੀ ਜਾਣਗੀਆਂ। ਤਾਂ ਬੀ ਆਪਸ਼ਨ ਵੀ ਨਹੀਂ ਆਏਗੀ। ਸੀ ਆਪਸ਼ਨ ਕਹਿੰਦਾ ਕੀ ਹੈ, ਟੂ ਟੀਚ ਚਿਲਡਰਨ ਐਜ਼ ਪਰ ਦੇ ਐਬਿਲਿਟੀਜ਼। ਹਾਂਜੀ, ਆਨਸਰ ਇਹੀ ਬਣੇਗਾ ਕਿ ਪਰਸਨਲਾਈਜ਼ ਦੀ ਗੱਲ ਕੀਤੀ ਗਈ ਹੈ। ਬੱਚੇ ਦੀ ਜਿਸ ਤਰ੍ਹਾਂ ਦੀ ਕਾਬਲੀਅਤ ਹੈਗੀ ਹੈ ਜਾਂ ਜਿਸ ਤਰ੍ਹਾਂ ਦੀ ਐਬਿਲਿਟੀ ਹੈਗੀ ਹੈ, ਟੀਚਰ ਨੂੰ ਉਸ ਤਰ੍ਹਾਂ ਹੀ ਬੱਚੇ ਨੂੰ ਕੀ ਕਰਨਾ ਪਊਗਾ, ਟੀਚ ਕਰਨਾ ਪਏਗਾ। ਸੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਵਿਦਿਅਕ ਦੇ ਮਾਮਲੇ 'ਚ ਬੱਚੇ ਦੀ ਕਾਬਲੀਅਤ ਅਨੁਸਾਰ ਟੀਚਰ ਨੂੰ ਕੀ ਕੀਤਾ ਜਾਊਗਾ, ਟੀਚਰ ਬੱਚਿਆਂ ਨੂੰ ਕੀ ਕਰੂਗਾ, ਪੜਾਊਗਾ। ਪਰਸਨਲਾਈਜ਼ ਟੀਚਿੰਗ ਦੀ ਗੱਲ ਕਰਦਾ ਹੈ। ਇੰਪੋਰਟੈਂਟ ਕੁਐਸਚਨ ਸੀ, ਫੋਰਥ ਕੁਐਸਚਨ ਵੀ। ਠੀਕ ਹੈ ਜੀ, ਥੋੜਾ ਜਿਹਾ ਪੇਪਰ 1 ਮੁਸ਼ਕਿਲ ਹੁੰਦਾ ਹੈ ਬਟ ਈਜ਼ੀ ਹੁੰਦਾ ਹੈ। ਪੇਪਰ 2 ਥੋੜਾ ਜਿਹਾ ਮੁਸ਼ਕਿਲ ਪਾਇਆ ਜਾਂਦਾ ਤੁਹਾਡੇ ਨੂੰ ਲੈ ਕੇ, ਬਟ ਓਵਰਆਲ ਅਗਰ ਦੇਖਿਆ ਜਾਵੇ ਕੋਵਿਡ-19 ਤੋਂ ਪਹਿਲਾਂ ਵਾਲੇ ਪੇਪਰ ਮੋਸਟਲੀ ਜਿਹੜੇ ਹੈਗੇ ਸੀ ਉਹ ਈਜ਼ੀ ਸੀਗੇ। ਠੀਕ ਹੈ, ਤਾਂ ਦੇਖਿਆ ਹੁਣ 5th ਕੁਐਸਚਨ ਦੇਖਿਆ ਕੀ ਕਹਿੰਦਾ ਹੁਣ, ਵਿਚ ਵਨ ਆਫ ਦੀ ਫੋਲੋਇੰਗ ਫੈਕਟਰਸ ਡਜ਼ ਨਾਟ ਇਨਫਲੂਐਂਸ। ਇੱਥੇ ਧਿਆਨ ਰੱਖਿਓ ਨੋਟ ਦੀ ਗੱਲ ਕੀਤੀ ਗਈ ਹੈ। ਡਜ਼ ਨਾਟ ਇਨਫਲੂਐਂਸ ਕਿਹਨੂੰ ਇਨਫਲੂਐਂਸ ਨਹੀਂ ਕਰਦਾ, ਦੀ ਚਾਈਲਡ ਡਿਵੈਲਪਮੈਂਟ, ਬੱਚੇ ਦੀ ਕਹਿ ਸਕਦੇ ਕਿ ਜਿਹੜੇ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦੇ, ਉਹਦੇ ਵਿੱਚ ਇੱਕ ਫੈਕਟਰ ਕਿਹੜਾ ਹੋਏਗਾ। ਆਪਸ਼ਨ ਸਾਰੀ ਪੜਾਂਗੇ ਫਿਲਹਾਲ, ਤੁਸੀਂ ਸਾਰੇ ਵੀ ਜਾਣਦੇ ਹੋ ਕਿਹੜੀ ਆਪਸ਼ਨ ਮੇਨਲੀ ਇਹਦੇ ਸੈਟ ਆਊਟ ਕੀਤੀ ਜਾਂਦੀ ਹੈ। ਨੋਟ ਦੀ ਗੱਲ ਕਰਦਾ ਵੇ, ਫਸਟ ਆਪਸ਼ਨ ਆਂਦੀ ਸਾਡੇ ਵਾਸਤੇ ਹੈਰੀਡਿਟੀ, ਹਾਂਜੀ ਹੁੰਦੀ ਹੈ। ਤਾਂ ਉਸ ਦਾ ਬੀ ਪੁਆਇੰਟ ਸਾਡੇ ਵਾਸਤੇ ਕਰਦਾ ਕਲਚਰ, ਕਿਉਂਕਿ ਕਲਚਰ ਦੀ ਗੱਲ ਵਿਗੋਸਕੀ ਨੇ ਗੱਲ ਕੀਤੀ ਸੀ। ਸੁਸਾਇਟੀ ਓਬਵੀਅਸ ਹੈ ਬੱਚੇ ਉੱਤੇ ਕੀ ਪਾਊਗੀ, ਇਫੈਕਟ ਪਾਊਗੀ। ਉਸ ਤੋਂ ਬਾਅਦ ਸੀ ਆਪਸ਼ਨ ਸਾਡੇ ਵਾਸਤੇ ਅਚੀਵਮੈਂਟ, ਔਰ ਡੀ ਆਪਸ਼ਨ ਸਾਡੇ ਵਾਸਤੇ ਹੈਗੀ ਹੈ ਗਰੋਥ, ਜਿਹਨੂੰ ਅਸੀਂ ਵਾਧਾ ਬੋਲਦੇ ਹਾਂ। ਤਾਂ ਡੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਠੀਕ ਹੈ, ਗਰੋਥ ਵੀ ਆਊਗੀ, ਲੇਕਿਨ ਅਗਰ ਕੁਐਸਚਨ ਨੂੰ ਦੇਖਿਆ ਜਾਵੇ ਉੱਥੇ ਨੋਟ ਪੁੱਛਿਆ ਗਿਆ ਜਿਹੜੇ ਬੱਚੇ ਦੀ ਡਿਵੈਲਪਮੈਂਟ ਤੇ ਇਨਫਲੂਐਂਸ ਨਹੀਂ ਪਾਉਂਦੀ, ਅਚੀਵਮੈਂਟ ਨਹੀਂ ਆਏਗੀ। ਠੀਕ ਹੈ, ਅਚੀਵਮੈਂਟ ਇਹਦਾ ਕੀ ਹੈ, ਰਾਈਟ ਆਨਸਰ ਪਾਇਆ ਜਾਊਗਾ। ਜਿਵੇਂ ਕਿ ਮੈਂ ਕੁਐਸਚਨ ਨੂੰ ਸਰਕਲ ਕਰੂੰਗਾ, ਅਚੀਵਮੈਂਟ ਸਾਡੇ ਵਾਸਤੇ ਕੀ ਹੈ, ਰਾਈਟ ਆਨਸਰ ਹੈ। ਸੀ ਆਪਸ਼ਨ ਬੱਚੇ ਦੀ ਇਨਫਲੂਐਂਸ ਪਾਵਰ ਮਤਲਬ ਡਿਵੈਲਪਮੈਂਟ ਨੂੰ ਕੀ ਨਹੀਂ ਕਰ ਸਕਦਾ, ਇਨਫਲੂਐਂਸ ਨਹੀਂ ਕਰ ਸਕਦਾ, ਅਚੀਵਮੈਂਟਸ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 6th, ਇੰਪੋਰਟੈਂਟ ਕੁਐਸਚਨ ਹੈ, ਥੋੜਾ ਕਨਫਿਊਜ਼ਿੰਗ ਕੁਐਸਚਨ ਹੈ। ਅਗਰ ਕੁਐਸਚਨ ਪੜ੍ਹਦੇ ਆ ਤਾਂ ਅਕੋਰਡਿੰਗ ਟੂ ਕੁਐਸਚਨਸ ਜਿਹੜੀ ਹੈਗੀਆਂ ਨੇ ਆਨਸਰ ਸਾਰੇ ਹੀ ਤਕਰੀਬਨ ਬਣ ਸਕਦੇ ਆ। ਠੀਕ ਹੈ, ਕਿਹੜੀ ਚੀਜ਼ਾਂ ਬੱਚੇ ਦੀ ਚਿਲਡਰਨ ਦੀ ਸਪੈਸ਼ਲ ਨੀਡਸ ਨੂੰ ਫੁੱਲਫਿਲ ਕਰਦੀਆਂ ਨੇ। ਮਤਲਬ ਨੀਚੇ ਦਿੱਤੀ ਆਪਸ਼ਨਾਂ ਦੇ ਵਿੱਚੋਂ ਕੁਐਸਚਨ ਪੁੱਛਦਾ ਇਹ ਹੈ, inclusion of children with special needs, ਬੱਚੇ ਜਿਹੜੇ ਸਪੈਸ਼ਲ ਨੀਡਸ ਵਾਲੇ ਹੁੰਦੇ ਨੇ, ਜੋ ਗਿਫਟਡ ਚਿਲਡਰਨ ਵੀ ਹੁੰਦੇ ਨੇ, ਜੋ ਸਾਡੇ ਵਾਸਤੇ ਐਕਸੈਪਸ਼ਨਲ ਚਿਲਡਰਨ ਵੀ ਹੁੰਦੇ ਨੇ, ਜਿਨ੍ਹਾਂ ਆਈਕਿਊ ਲੈਵਲ ਬਹੁਤ ਘੱਟ ਹੁੰਦਾ ਹੈ। ਠੀਕ ਹੈ, ਜਾਂ ਨੋਰਮਲ ਬੱਚਿਆਂ ਨਾਲੋਂ ਘੱਟ ਹੁੰਦਾ ਹੈ, ਉਹ ਕਿਹਦੇ ਵਿੱਚ ਪਾਏ ਜਾਂਦੇ ਨੇ। ਤਾਂ ਆਪਸ਼ਨ ਏ ਕਹਿੰਦਾ ਕੀ ਹੈ, ਇਜ਼ ਐਨ ਅਨਰੀਅਲਿਸਟਿਕ ਗੋਲ, ਨੋ। ਠੀਕ ਹੈ ਜੀ, ਉਸ ਤੋਂ ਬਾਅਦ ਬੀ ਆਪਸ਼ਨ ਕਹਿੰਦਾ ਕੀ ਹੈ, ਇਸ ਡੈਟਰੀਮੈਂਟਲ ਟੂ ਚਿਲਡਰਨ ਵਿਦਆਊਟ ਡਿਸੇਬਿਲਿਟੀਜ਼, ਵਿਲ ਇੰਕਰੀਜ਼ ਦਾ ਬਰਡਨ ਆਫ ਦੀ ਸਕੂਲ, ਕਿ ਜਿਹੜਾ ਤੁਹਾਡੇ ਵਾਸਤੇ ਚਿਲਡਰਨ ਦੀ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਸਕੂਲ ਉੱਤੇ ਬਰਡਨ ਮਤਲਬ ਜਿਹੜੇ ਸਕੂਲ ਦਾ ਬਰਡਨ ਇੰਕਰੀਜ਼ ਕਰਦੇ ਨੇ। ਡੀ ਪੁਆਇੰਟ ਹੈ ਸਾਡੇ ਵਾਸਤੇ, ਰਿਕੁਆਇਰਡਸ ਅ ਚੇਂਜ ਇਨ ਐਟੀਟਿਊਡ, ਕੰਟੈਂਟ ਐਂਡ ਅਪਰੋਚ ਟੂ ਟੀਚਿੰਗ। ਵੈਸੇ ਤਾਂ ਆਨਸਰ ਤੁਹਾਨੂੰ ਮਿਲ ਗਿਆ ਹੋਏਗਾ, ਆਨਸਰ ਬਣੇਗਾ ਤੁਹਾਡੇ ਵਾਸਤੇ ਡੀ ਆਪਸ਼ਨ ਰਾਈਟ ਆਨਸਰ ਹੈ, ਕਿ ਜਿਹੜੇ ਟੀਚਰਸ ਨੇ ਉਹ ਬੱਚਿਆਂ ਨੂੰ ਕਹਿਣ ਕਿ ਜਿਹੜੇ ਬੱਚੇ ਤੁਹਾਡੇ ਆਪਣੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਉਹ ਰੈਗੂਲਰ ਫਾਰਮ ਦੇ ਵਿੱਚ ਸਕੂਲ ਦੇ ਵਿੱਚ ਆਉਣ। ਠੀਕ ਹੈ, ਔਰ ਇਨਕਲੂਸਿਵ ਐਜੂਕੇਸ਼ਨ ਹੀ ਟੀਚ ਕੀਤੀ ਜਾਊਗੀ, ਤਾਂ ਕਿ ਉੱਥੇ ਸਿਰਫ ਬੱਚੇ ਨੂੰ ਹਰੇਕ ਬੱਚੇ ਨੂੰ ਕੀ ਕੀਤਾ ਜਾਊਗਾ, ਪੜਾਇਆ ਜਾਊਗਾ। ਲੇਕਿਨ ਇੱਥੇ ਡਰੋਬੈਕ ਕੀ ਆਉਂਦਾ, ਟੀਚਰ ਦਾ ਐਟੀਟਿਊਡ ਆ ਜਾਂਦਾ ਹੈ। ਠੀਕ ਹੈ, ਉੱਥੇ ਗੱਲ ਕੀਤੀ ਗਈ ਐਨਸੀਐਫ ਤੇ ਕਰਨੀ ਤੋਂ ਕਿ ਟੀਚਰ ਨੂੰ ਆਪਣੇ ਐਟੀਟਿਊਡ ਨੂੰ ਕੀ ਕਰਨਾ ਪਊਗਾ, ਚੇਂਜ ਕਰਨਾ ਪਊਗਾ। ਕਾਰਨ ਕਿਉਂਕਿ ਹਰੇਕ ਬੱਚਾ ਬਰਾਬਰ ਦਾ ਨਹੀਂ ਹੈਗਾ, ਕੁਝ ਬੱਚੇ ਦਾ ਆਈਕਿਊ ਸਾਡੇ ਵਾਸਤੇ 90 ਤੋਂ ਅਬਵ ਹੈ, ਕਿਸੇ ਦਾ ਆਈਕਿਊ 90 ਤੋਂ ਘੱਟ ਹੈ। ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਐਲਫਰਟ ਦੀ ਗੱਲ ਕੀਤੀ ਸੀ, ਉਹਨੇ ਟੇਬਲ ਦਿੱਤਾ ਸੀ ਫਿਲਹਾਲ ਐਲਫਰਟ ਬੀਨੇ ਨੇ, ਤਾਂ ਉਹਦੇ ਵਿੱਚ ਗੱਲ ਕੀਤੀ ਕਿਸੇ ਬੱਚੇ ਦੇ ਆਈਕਿਊ ਲੈਵਲ ਦੀ। ਤਾਂ ਇੱਥੇ ਟੀਚਰ ਨੂੰ ਆਪਣੇ ਐਟੀਟਿਊਡ ਨੂੰ ਚੇਂਜ ਕਰਨਾ ਜ਼ਰੂਰੀ ਹੈ, ਤਾਂ ਕਿ ਉਹਨਾਂ ਦੀ ਆਵਾਜ਼, ਟੀਚਰ ਦੀ ਆਵਾਜ਼ ਹਰ ਇੱਕ ਬੱਚੇ ਦੀ ਲੋੜ ਨੂੰ ਕੀ ਕਰ ਸਕਦੀ ਹੈ, ਮਤਲਬ ਚੇਂਜ ਕਰ ਸਕਦੀ ਹੈ, ਮਤਲਬ ਉਸ ਨੂੰ ਕੈਟਰ ਕੀਤਾ ਜਾ ਸਕਦਾ, ਫੁੱਲਫਿਲ ਕੀਤੀ ਜਾ ਸਕਦੀ, ਨੀਡਸ ਨੂੰ ਕੰਪਲੀਟ ਕੀਤਾ ਜਾ ਸਕਦਾ ਹੈ। ਤਾਂ ਆਨਸਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਡੀ ਆਨਸਰ ਇਹਦਾ ਸਾਡੇ ਵਾਸਤੇ ਕੀ ਆਊਗਾ, ਰਾਈਟ ਆਨਸਰ ਆਏਗਾ। ਨੈਕਸਟ ਆਓ ਕੁਐਸਚਨ ਨੰਬਰ 7th, ਥੋੜਾ ਜਿਹਾ ਮੁਸ਼ਕਿਲ ਕਨਫਿਊਜ਼ਿੰਗ ਕੁਐਸਚਨ ਹੈ ਆਪਸ਼ਨ ਨੂੰ ਲੈ ਕੇ, ਬਟ ਅਗਰ ਚੰਗੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਕੁਐਸਚਨ ਹੈ ਉਹ ਸਿੰਗਲ ਲਾਈਨ ਦੇ ਵਿੱਚ ਹੈ, ਆਨਸਰਸ ਬਹੁਤ ਬੜੇ ਨੇ, ਪਰ ਜੇ ਕੁਐਸਚਨ ਚੰਗੇ ਤਰੀਕੇ ਨਾਲ ਫੋਕਸ ਕਰੋਗੇ ਤਾਂ ਆਨਸਰ ਮਿਲੂਗਾ ਲਾਜ਼ਮੀ। ਠੀਕ ਹੈ,
7th क्वेश्चन कन्फ्यूजिंग क्वेश्चन है, ध्यान ਨਾਲ ਪੜਾਂਗੇ ਔਰ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। क्वेश्चन 7th ਕੀ ਕਹਿੰਦਾ ਹੈ, ਆ ਚਾਈਲਡ ਵਿਦ ਹੀਅਰਿੰਗ ਇੰਪੇਅਰਮੈਂਟ। ਹੀਅਰਿੰਗ ਇੰਪੇਅਰਮੈਂਟ ਕਹਿੰਦਾ ਕੀ ਹੈ ਇਹਦੇ ਵਿੱਚ, ਜਿਸ ਬੱਚੇ ਨੂੰ ਸੁਣਨ ਦੀ ਕਮਜ਼ੋਰੀ ਹੈ ਉਸ ਬੱਚੇ ਦੇ ਨਾਲ ਕੀ ਕੀਤਾ ਜਾਊਗਾ। ਓਬਵੀਅਸ ਹੈ ਟੀਚਰ ਦੇ ਕਰਨੀ ਤਾਂ ਟੀਚਿੰਗ ਮਟੀਰੀਅਲ ਏਡ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਬੱਚੇ ਨੂੰ ਆਡੀਓ ਔਰ ਵੀਡੀਓ ਲੈਕਚਰ ਦਿੱਤੇ ਜਾ ਸਕਦੇ ਨੇ ਜਾਂ ਐਸਾ ਕੁਝ ਇੰਸਟਰੂਮੈਂਟ ਦਿੱਤਾ ਜਾ ਸਕਦਾ ਜੋ ਬੱਚੇ ਦੀ ਹੀਅਰਿੰਗ ਇੰਪੇਅਰਮੈਂਟ ਨੂੰ ਕੀ ਕਰ ਸਕਦਾ ਹੈ, ओवरकम कर सकता है। मतलब इस तरह की प्रॉब्लम ਨੂੰ क्लास च लेके आना टीचर अपने उत्ते बर्डन ना समझे, बल्कि बच्चे ਨੂੰ उस तरह की एक तरह रिसोर्सिस प्रोवाइड करे, ठीक है, जिस तरह बच्चा रैगूलर स्कूल ਦੇ ਵਿੱਚ ਆਂਦਾ ਹੋਵੇ और जरूरी है बच्चे ਨੂੰ ਕਿਹਾ ਜਾਵੇ ਕਿ रैगूलर स्कूल ਦੇ ਵਿੱਚ आ, ठीक है। ਤਾਂ ਇਹ ਆਪਸ਼ਨ ਦੇਖਦੇ ਹਾਂ ਫਿਲਹਾਲ ਕੀ ਕਹਿੰਦੀ ਹੈ, should be sent only to the school for the hearing period and not to be regular school। ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਤੈਨੂੰ ਰੈਗੂਲਰ ਸਕੂਲ ਆਉਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ, ਸਕੂਲ ਆ ਅਗਰ ਹੀਅਰਿੰਗ ਇੰਪੇਅਰਮੈਂਟ ਹੈ, ਠੀਕ ਹੈ, ਤਾਂ ਆਪਸ਼ਨ ਏ ਵੀ ਨਹੀਂ ਆਊਗੀ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਿਆ ਸੀਗਾ ਇੱਥੇ ਐਨਸੀਐਫ ਕਹਿੰਦਾ ਕੀ ਹੈ ਕਿ ਇਨਕਲੂਸਿਵ ਐਜੂਕੇਸ਼ਨ ਦੇ ਬੇਸ ਤੇ ਬੱਚੇ ਨੂੰ ਤੁਸੀਂ ਮਨਾ ਨਹੀਂ ਕਰ ਸਕਦੇ, ਬੱਚਾ ਰੈਗੂਲਰ ਸਕੂਲ ਦੇ ਵਿੱਚ ਆਵੇ ਔਰ ਟੀਚਰ ਉੱਤੇ ਬੱਚੇ ਨੂੰ ਕੀ ਕਰੇ, ਇੱਕ ਫੈਸਿਲਿਟੀ ਪ੍ਰੋਵਾਈਡ ਕਰੇ ਅਗਰ ਇਸ ਤਰ੍ਹਾਂ ਦੀ ਬੱਚੇ ਨੂੰ ਕੀ ਪਾਈ ਜਾਂਦੀ ਹੈ, ਪ੍ਰੋਬਲਮ ਪਾਈ ਜਾਂਦੀ ਹੈ। ਬੀ ਆਪਸ਼ਨ ਕਹਿੰਦੀ ਕੀ ਹੈ, will not benefit from the academic education only and should be given vocational training। ਇਹਦੇ ਵਿੱਚ ਕਹਿੰਦਾ ਕਿ ਇਹ ਬੱਚੇ ਨੂੰ academic pro education ਨਹੀਂ ਦਿੱਤੀ ਜਾਊਗੀ, ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਬੱਚੇ ਨੂੰ ਹੀਅਰਿੰਗ ਇੰਪੇਅਰਮੈਂਟ ਹੈ। ਦੂਸਰੀ ਗੱਲ ਇਹ 'ਚ ਗੱਲ ਕੀਤੀ ਬੱਚੇ ਨੂੰ ਇਕੱਲੇ ਵੋਕੇਸ਼ਨਲ ਟ੍ਰੇਨਿੰਗ ਹੀ ਦਿੱਤੀ ਜਾਵੇ, ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਗਈ ਹੈ, ਯਾਨੀ ਕਿ ਬੀ ਆਪਸ਼ਨ ਵੀ ਗਲਤ ਹੋ ਜਾਏਗੀ। ਸੀ ਆਪਸ਼ਨ ਕਹਿੰਦਾ ਕੀ ਹੈ, ਕੈਨ ਡੂ ਵੈਰੀ ਵੈਲ ਇਨ ਦ ਰੈਗੂਲਰ ਸਕੂਲ। ਹਾਂਜੀ, ਇਹ ਚੀਜ਼ ਬਣ ਸਕਦੀ ਹੈ ਕਿ ਬੱਚਾ ਸਕੂਲ ਦੇ ਵਿੱਚ ਰੈਗੂਲਰ ਤਰੀਕੇ ਦੇ ਨਾਲ ਆਵੇ ਐਂਡ ਇਟਸ ਸੁਟੇਬਲ ਫੈਸਿਲਿਟੇਸ਼ਨ, ਔਰ ਟੀਚਰ ਦੇ ਕੰਨੀ ਤੋਂ ਹਰੇਕ ਸੁਟੇਬਲ ਜਿੰਨੇ ਰਿਸੋਰਸਿਸ ਦਿੱਤੇ ਜਾ ਸਕਦੇ ਨੇ ਬੱਚੇ ਨੂੰ ਉਹ ਦਿੱਤੇ ਜਾਣਗੇ। ਉਸ ਤੋਂ ਬਾਅਦ ਸੀ ਆਪਸ਼ਨ ਮੇਰੇ ਅਕੋਰਡਿੰਗ ਸਹੀ ਲੱਗਦੀ ਹੈ, ਲੇਕਿਨ ਡੀ ਆਪਸ਼ਨ ਇੱਕ ਵਾਰ ਚੈੱਕ ਕਰ ਲੈਣ ਕੀ ਕਹਿੰਦੀ ਹੈ, ਵਿਲ ਨੈਵਰ ਬੀ ਏਬਲ ਟੂ ਪਰਫਾਰਮ ਔਨ ਅ ਪਾਰ ਵਿਦ ਦ ਕਲਾਸਮੇਟ ਇਨ ਦ ਰੈਗੂਲਰ ਸਕੂਲ। ਇਹਦੇ ਵਿੱਚ ਇੱਕ ਆਪਸ਼ਨ ਗਲਤ ਹੈ, ਇਹ ਕੈਰੀ ਕੀ ਆਪਸ਼ਨ ਕਹਿੰਦੀ ਇਹ ਹੈ ਕਿ ਜਿਹੜੇ ਬੱਚੇ ਨਾਰਮਲ ਬੱਚੇ ਨੇ ਉਸ ਨਾਲ ਬੱਚੇ ਨਾਲ ਰਲ ਕੇ ਉਹ ਬੱਚਾ ਜਿਹੜਾ ਚਿਲਡਰਨ ਵਿਦ ਹੀਅਰਿੰਗ ਇੰਪੇਅਰਮੈਂਟ ਦਾ ਬੱਚਾ ਹੈ ਉਹ ਕਦੀ ਵੀ ਬਰਾਬਰ ਦਾ ਨਹੀਂ ਹੋ ਸਕਦਾ, ਠੀਕ ਹੈ। ਇਹ ਆਪਸ਼ਨ ਵੀ ਗਲਤ ਬਣੂਗੀ ਕਿਉਂਕਿ ਇੱਥੇ ਜਿਹੜੀ ਆਪਸ਼ਨ ਪੁੱਛੀ ਗਈ ਹੈ ਉਹ ਬਹੁਤ ਜ਼ਿਆਦਾ ਅੰਗੇਜਡ ਹੈ ਉਸ ਚੀਜ਼ ਨੂੰ ਲੈ ਕੇ, ਤਾਂ ਆਨਸਰ ਸਾਡੇ ਵਾਸਤੇ ਇਹੀ ਬਣੇਗਾ ਸੀ ਆਪਸ਼ਨ ਕਿ ਬੱਚੇ ਨੂੰ ਸਕੂਲ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਬੱਚੇ ਦੀ ਨੂੰ ਜਿਹੜੀ ਵੀ ਪ੍ਰੋਬਲਮ ਆਉਂਦੀ ਹੈ ਟੀਚਰ ਉੱਥੇ ਫੈਸਿਲਿਟੇਟਰ ਦਾ ਕੰਮ ਕਰੂਗਾ, ਸਾਰੇ ਰਿਸੋਰਸਿਸ ਟੀਚਰ ਦੇ ਕੰਨੀ ਤੋਂ ਦਿੱਤੇ ਜਾਣਗੇ ਤਾਂ ਕਿ ਹੀਅਰਿੰਗ ਇੰਪੇਅਰਮੈਂਟ ਵਾਲਾ ਸਟੂਡੈਂਟ ਵੀ ਬਾਕੀ ਬੱਚਿਆਂ ਦੇ ਨਾਲ ਪੜ੍ਹ ਲਿਖ ਸਕਦਾ ਹੈ, ਠੀਕ ਹੈ। ਕੁਐਸਚਨ ਨੰਬਰ 8, ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟਰਿਸਟਿਕਸ ਆਫ ਦੀ ਗਿਫਟਿਡ ਲਰਨਰ। ਹੁਣ ਗਿਫਟਿਡ ਲਰਨਰ ਦੀ ਗੱਲ ਕਰੀਏ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹਦਾ IQ ਲੈਵਲ 140 ਦਾ ਹੋਗਾ ਜਾਂ 140 ਪਲੱਸ ਹੋਏਗਾ, ਐਸੇ ਬੱਚੇ ਦੀ ਕਿਹੜੀ ਵਿਸ਼ੇਸ਼ਤਾਵਾਂ ਹੋਣਗੀਆਂ। ਲਾਈਕ ਤੁਹਾਨੂੰ ਸਭ ਨੂੰ ਪਤਾ ਹੈ ਜਿਹੜੇ ਗਿਫਟਿਡ ਚਿਲਡਰਨ ਹੁੰਦੇ ਨੇ, ਠੀਕ ਹੈ, ਉਹ ਹਮੇਸ਼ਾ ਕਿਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜੋ ਐਕਸਟਰਾ ਲਰਨਿੰਗ ਮੰਗਦੇ ਨੇ ਜਾਂ ਐਕਸਟਰਾ ਲਰਨਿੰਗ ਪੜ੍ਹਨ ਦੇ ਵਿੱਚ ਖੁਸ਼ ਹੁੰਦੇ ਨੇ, ਉਹ ਜ਼ਿਆਦਾ ਐਕਸਟਰਾ ਐਕਟਿਵ ਵੀ ਹੁੰਦੇ ਨੇ, ਜਿਨ੍ਹਾਂ ਦਾ ਕਹਿ ਸਕਦੇ ਕਿਉਰਿਓਸਿਟੀ ਲੈਵਲ ਬਹੁਤ ਪੁਰਾਣੇ ਬੱਚਿਆਂ ਨਾਲੋਂ ਜਾਂ ਕਿਸੇ ਨਵੇਂ ਬੱਚੇ ਨਾਲੋਂ ਕਾਫੀ ਜ਼ਿਆਦਾ ਹੁੰਦਾ, ਐਕਸੈਸ ਦੇ ਵਿੱਚ ਹੁੰਦਾ, ਉਹ ਸਾਡੇ ਵਾਸਤੇ ਕੀ ਨੇ, ਗਿਫਟਿਡ ਚਿਲਡਰਨ ਨੇ। ਤਾਂ ਹੁਣ ਇੱਕ ਕਰੈਕਟਰਿਸਟਿਕਸ ਕਿਹੜੇ ਹੋਣਗੇ, ਇਹਦੇ ਵਿੱਚ ਏ ਆਪਸ਼ਨ ਕਹਿੰਦੀ ਕੀ ਹੈ, ਹੀ ਗੈਟ ਅਗਰੈਸਿਵ ਐਂਡ ਫਰਸਟ੍ਰੇਟਿਡ, ਉਹ ਬੱਚਾ ਅਗਰੈਸਿਵ ਹੋ ਸਕਦਾ ਜਾਂ ਫਰਸਟ੍ਰੇਟਿਡ ਹੋ ਸਕਦਾ। ਆਪਸ਼ਨ ਏ ਹੋ ਸਕਦੀ ਹੈ ਲੇਕਿਨ ਬੱਚੇ ਨੂੰ ਕੰਟਰੋਲ ਵੀ ਕਰਨਾ ਪਊਗਾ ਉਸ ਚੀਜ਼ ਉੱਤੇ, ਪਰ ਉਹ ਬੱਚੇ ਗਿਫਟਿਡ ਚਿਲਡਰਨ ਦੇ ਵਿੱਚ ਨਹੀਂ ਰੱਖੇ ਜਾ ਸਕਦੇ, ਠੀਕ ਹੈ। ਆਪਸ਼ਨ ਏ ਵੀ ਨਹੀਂ ਬਣ ਸਕਦੀ, ਏ ਆਪਸ਼ਨ ਗਲਤ ਹੈ। ਬੀ ਆਪਸ਼ਨ ਕਹਿੰਦਾ ਕੀ ਹੈ, ਹੀ ਕੈਨ ਫੀਲ ਅੰਡਰ ਸਟਿਮੂਲੇਟਿਡ। ਹਾਂ, ਇਹ ਚੀਜ਼ ਹੋ ਸਕਦੀ ਹੈ, ਉਹ ਬੱਚੇ ਕੀ ਹੋ ਜਾਣਗੇ, ਜ਼ਿਆਦਾ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਉਹ ਬੱਚੇ ਉਤੇਜਿਤ ਨਹੀਂ ਹੋਣਗੇ ਔਰ ਆਪਣੇ ਆਪ ਨੂੰ ਬੋਰਿੰਗ ਜਿਹਾ ਫੀਲ ਕਰਨਗੇ। ਇਫ ਦ ਕਲਾਸ ਐਕਟੀਵਿਟੀ ਇਜ਼ ਨੋਟ ਚੈਲੰਜਿੰਗ ਇਨਫ, ਅਗਰ ਕਲਾਸ ਵਿੱਚ ਹੋਣ ਵਾਲੀ ਐਕਟੀਵਿਟੀ ਉਹਨਾਂ ਦੇ ਅਕੋਰਡਿੰਗ ਨਹੀਂ ਹੈਗੀ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਗੱਲ ਕਰ ਰਹੇ ਇਹਦੇ ਵਿੱਚ ਬੱਚੇ ਦੀ ਗਿਫਟਿਡ ਲਰਨਰ ਦੀ, ਜਿਹਦਾ IQ ਲੈਵਲ 140 ਪਲੱਸ ਪਾਇਆ ਜਾਂਦਾ ਹੈ, ਠੀਕ ਹੈ, ਜਾਂ 140 ਪਾਇਆ ਜਾਂਦਾ ਹੈ, ਤਾਂ ਜਿਹੜੀ ਵੀ ਐਕਟੀਵਿਟੀ ਕਲਾਸ ਦੇ ਕੰਨੀ ਤੋਂ ਟੀਚਰ ਦੇ ਕੰਨੀ ਤੋਂ ਕਲਾਸ 'ਚ ਕਰਵਾਈ ਜਾ ਰਹੀਆਂ ਨੇ, ਅਗਰ ਐਕਟੀਵਿਟੀ ਬੱਚੇ ਦੇ ਅਕੋਰਡਿੰਗ ਨਹੀਂ ਹੋਈਆਂ ਤਾਂ ਓਬਵੀਅਸ ਬੱਚਾ ਕੀ ਹੋ ਜਾਊਗਾ, ਬੋਰ ਹੋ ਜਾਏਗਾ। ਗਿਫਟਿਡ ਚਿਲਡਰਨ ਕੌਣ ਹੁੰਦਾ ਹੈ, ਜਿਹਦੇ ਵਿੱਚ ਓਬਵੀਅਸ ਹੈ ਤੁਹਾਨੂੰ ਸਭ ਨੂੰ ਪਤਾ ਹੈ ਉਹਦਾ IQ ਲੈਵਲ ਕਾਫੀ ਜ਼ਿਆਦਾ ਹੁੰਦਾ, ਐਕਟਿਵ ਹੁੰਦਾ। ਔਰ ਦੂਸਰੀ ਗੱਲ ਕਰੀਏ ਇਹਦੇ ਵਿੱਚ ਐਕਟਿਵ ਤੋਂ ਇਲਾਵਾ ਉਹ ਜਿਹੜਾ ਗਿਫਟਿਡ ਲਰਨਰ ਹੁੰਦਾ ਉਹ ਐਕਸਟਰਾ ਤੋਂ ਐਕਸਟਰਾ ਲਰਨਿੰਗ ਮੰਗਦਾ, ਠੀਕ ਹੈ, ਉਹਦਾ ਇਨਵਾਇਰਮੈਂਟ ਬਾਕੀ ਬੱਚਿਆਂ ਨਾਲੋਂ ਅਲੱਗ ਪਾਇਆ ਜਾਂਦਾ। ਤਾਂ ਆਨਸਰ ਸਾਡੇ ਵਾਸਤੇ ਇਹੀ ਆਏਗਾ, ਬੀ ਆਪਸ਼ਨ। ਚੈਲੰਜਿੰਗ ਟਾਸਕ ਹੋਣੇ ਜ਼ਰੂਰੀ ਨੇ ਕਲਾਸ ਦੇ ਵਿੱਚ ਤਾਂ ਕਿ ਬੱਚਾ ਜ਼ਿਆਦਾ ਕੀ ਹੋਵੇ, ਐਕਟਿਵ ਹੋ ਸਕੇ ਔਰ ਬਾਕੀ ਬੱਚੇ ਵੀ ਉਹਦੇ ਨਾਲ ਮਿਲ ਕੇ ਮੋਟੀਵੇਟ ਹੋ ਸਕਣ। ਤਾਂ ਬੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਨੈਕਸਟ ਆਓ
क्वेश्चन नंबर 9th 8th क्वेश्चन बहुत इंपॉर्टेंट क्वेश्चन सीगा फिलहाल। 9th क्वेश्चन भी इसी चीज़ ਨਾਲ मिलता जुलता क्वेश्चन है, लेकिन थोड़ा जा उन्होंने क्वेश्चन अलग तरीके ਨਾਲ पाया है। आंसर्स बहुत अगर देखे जान तो बहुत ज़्यादा क्लोज ने इस क्वेश्चन ਨੂੰ ਲੈ ਕੇ। देखा क्वेश्चन नंबर 9th पढ़ते हैं फिलहाल। आ फ्यू स्टूडेंट इन योर क्लास आर एक्सैप्शनली ब्राइट। कुछ ऐसे बच्चे होंगे ने जो काफ़ी ज़्यादा ब्राइट होंगे ने बाकी बच्चों के नालों। यू विल टीच दैम, उन्होंने तुसी किमें पढ़ाओगे। मतलब इस गल की गिफ्टेड चिल्ड्रन की ही गल की गई है, जिन्हों का IQ लैवल तुहानूं सब नूं दस चुके 140 या प्लस होंगे उस तो, ठीक है। तो कुछ बच्चे होंगे ने क्लास जो एक्सैप्शनली ब्राइट होंगे ने, तो टीचर के करनी तो तुसी ऐसा किहड़ी एक्टिविटी बच्चों को कराई जाऊगी ताकि बच्चे बोर ना हो सकन, जिवें कि 8th क्वेश्चन च गल की गई है। 9th क्वेश्चन दे विच ऑप्शन बनती है, फर्स्ट ऑप्शन यही है अलॉन्ग विद द क्लास, कि तुसी वो बच्चों को क्लास के नाल ही पढ़ाओगे। बी ऑप्शन तुहाडे वास्ते अलॉन्ग विद द हायर क्लास, कि वो बच्चे को किसी उच्च श्रेणी के नाल पढ़ाओगे। या सी पॉइंट है साडे वास्ते बाय यूजिंग एनरिच प्रोग्राम, मतलब ऐसी एक्टिविटी कराई जाएगी जो गिफ्टेड चिल्ड्रन के नाल मिलती जुलती होंगियां। तो राइट आंसर साडे वास्ते यही आऊगा सी ऑप्शन, एनरिच प्रोग्राम ही करवाए जाएंगे ताकि गिफ्टेड चिल्ड्रन एक्सेस तो एक्सेस अपनी एक्टिविटी विच की रह सकन, बिजी रह सकन, ठीक है जी। उस तो बाद क्वेश्चन नंबर 10th इंपॉर्टेंट क्वेश्चन है, थोड़ा जा कन्फ्यूजिंग क्वेश्चन भी होएगा फिलहाल बच्चों को लगता होएगा। क्वेश्चन नंबर 10th कहता की है आ सेम प्रॉब्लम चाइल्ड इज। सेम प्रॉब्लम मतलब वही समस्या बच्चे दी है, केड़ी समस्या बच्चे दी है। ए ऑप्शन पढ़ दिया पैम्परिंग गार्डन, बी ऑप्शन है हेरिडिटरी प्रॉब्लम, सी ऑप्शन साडे वास्ते IQ प्रॉब्लम, या डी ऑप्शन साडे वास्ते फिजिकल प्रॉब्लम। अगर बच्चे की प्रॉब्लम मेन गल करिए तो कई पेरेंट्स होंगे ने जो अपने बच्चे को लाडा प्यार नाल रखते हैं, बस तू ही तू है होर कोई नहीं हैगा, ठीक है। इन्ना पैंपर करते हैं, उही चीज़ बाद विच बच्चे को मुश्किल भी आती है, ठीक है। अगर मान के चलो तुहाडे अपने जीन पियाजे के अकॉर्डिंग तो उन्होंने गल कही सी कि 15-16 साल तक के बच्चे का जो दिमाग होंगे ज़्यादा तो ज़्यादा मैक्सीमाइज होंगे, ज़्यादा तो ज़्यादा ग्रोथ होंगी है उसी साल के विच या उसी उम्र के विच। अगर लाडा प्यारा नाल बच्चे को पढ़ाने हो तो वैल एंड गुड भी है, उही पासे फ्यूचर खराब भी हो सकता है। मतलब पेरेंट्स कुछ ऐसे होंगे ने बच्चे का फ्यूचर खुद ही बिगाड़ देंगे ने पैंपरिंग करके, बच्चे को ज़्यादा ज़्यादा लाड प्यार करके हरेक नीड्स बच्चे को की जाती ने पूरी की जाती ने। तो प्रॉब्लम आती है इस चीज़ को लैके, तो आंसर साडे वास्ते यही बनूगा ए ऑप्शन। वही समस्या बच्चे दी है पैंपरिंग गार्डियन। कुछ होंगे ने बच्चे माँ प्यो जो बच्चे को ज़्यादा ज़्यादा प्यार करते हैं, लेकिन उसका इन्वायरमेंट बाकी बच्चे भी की कर सकता है, दिता जा सकता है, लेकिन कुछ ना कुछ लिमिट से विच रह के किया जा सकता है, ठीक है जी। नैक्सट आओ 11th क्वेश्चन, बहुत इंपॉर्टेंट क्वेश्चन है फिलहाल। इस क्वेश्चन के भी बच्चे बहुत सारे डाउट ने जो दसे जा रहे हैं। विच फ्रॉम द फॉलोइंग शुड बी यूज टू डिक्रीज द माइनर। ये गल की गई है ऐसा किहड़े नीचे दिता हुआ फैक्टर है, ठीक है, जो एक माइनर है। माइनर का मतलब, ठीक है, भी वो चीज़ अगर छोटी भी है उन्होंने डिक्रीज किया जा सकता है ताकि बच्चे के बिहेवियर च मॉडिफिकेशन आ सके। मतलब क्वेश्चन रिपीट कर रहे हैं इस क्वेश्चन को लैके, विच फ्रॉम द फॉलोइंग शुड बी यूज टू डिक्रीज माइनर इनएप्रोप्रिएट बिहेवियर। अगर किसी बच्चे का जो बिहेवियर है इनएप्रोप्रिएट है वह चेंज किया जा सकता है अगर हल्का जो की कर दिता जाए, डिक्रीज कर दिता जाए। ए पॉइंट है साडे वास्ते प्रेस, बी पॉइंट साडे वास्ते है रिवॉर्ड, सी पॉइंट साडे वास्ते है स्ट्रिक्टनेस, डी साडे वास्ते पॉइंट है इग्नोरेंस। हुण अगर देखा जाए माइनर की गल कर रहे हैं तो आंसर इको ही आएगा साडे वास्ते डी इग्नोरेंस। कैसी बच्चे को किस चीज़ की मतलब कि ज्ञानता नहीं हैगी या ज्ञान नहीं हैगा, तो उत्थे पेरेंट्स की ड्यूटी बनती है या टीचर की ड्यूटी बनती है बच्चे को नॉलेज देने की, ताकि जिहड़ी चीज़ां बच्चे के अंदर वैसे ही भरी हुई ने उन्होंने की किया जा सकता है, ओवरकम किया जा सकता है। हल्की जी गल की है, माइनर की गल की है। इस वर्ड उत्ते ज़्यादा तो ज़्यादा प्लीज़ फोकसिंग करना। हल्की गल की उन्होंने डिक्रीज किया जा सकता है। इग्नोरेंस पहला एक पॉइंट साडे वास्ते राइट आंसर आएगा। नैक्सट आओ क्वेश्चन नंबर 11th तो बाद 12th क्वेश्चन की गल करांगे। द कंक्लूजन ऑफ डिडक्टिव आर्गूमेंट। ये जी गल की गई है किसी ना किसी दलील की जो कटौती दलील है, ठीक है। तो ये जो गल की जाती है, कई जाने कहते हैं कि यह डायरैक्ट होंगी है, फिक्सड होंगी है अपने आप दे विच, ठीक है। तो डिडक्टिव आर्गूमेंट जी कंक्लूजन होंगे अपने आप दे प्रोबेबल भी होंगे, ठीक है। कई बच्चों का कहना है कि वह फिक्सड होएगी, टू द पॉइंट गल करती है, रिजल्टेंट फिगर लेके आती है, वो अपने आप दे सही ने, प्रोबेबल, ठीक है, संभावी, ठीक है। सीटा भी इस तरह का पाया जा सकता है। तो बी ऑप्शन है। नैक्सट आओ क्वेश्चन नंबर 13।
इंपॉर्टेंट क्वेश्चन है, पढ़ो ध्यान नाल, देखो कहंदा की है। रूसे एडवोकेट एंड रूसे द्वारा एक गल की गई सी एजुकेशन मैथड ਨੂੰ ਲੈ ਕੇ ਕਿਹੜੀ ਗੱਲ ਕੀਤੀ ਗਈ ਸੀ, ਵਿਚ ਕੰਸਿਸਟਡ ਆਫ ਰਿਮੂਵਿੰਗ ਦ ਚਿਲड्रन ਫਰੋਮ, ਬੱਚੇ ਦੇ ਅੰਦਰੋਂ ਕਿਹੜੀ ਚੀਜ਼ਾਂ ਕੀ ਕੀਤੀ ਜਾ ਸਕਦੀਆਂ ਨੇ, ਦੂਰ ਕੀਤੀ ਜਾ ਸਕਦੀਆਂ ਨੇ ਤੁਹਾਡੇ ਆਪਣੇ ਰੂਸੇ ਦੇ ਅਕੋਰਡਿੰਗ। ਤਾਂ ਇਹ ਪੁਆਇੰਟ ਕਹਿੰਦਾ ਕਿ ਅਗਰ ਬੱਚੇ ਨੂੰ ਤੁਸੀਂ ਕਹਿ ਸਕਦੇ ਐਜੂਕੇਸ਼ਨ ਮੈਥਡ ਨੂੰ ਲੈ ਕੇ ਕਿ ਬੱਚਾ ਪ੍ਰਮੋਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਪ੍ਰੋਗਰੈਸ ਕਰੇ, ਤਾਂ ਉਹ ਚੀਜ਼ਾਂ ਕਿਹੜੀ ਦੂਰ ਕੀਤੀ ਜਾ ਸਕਦੀ ਹੈ। ए ऑप्शन ਸਾਡੇ ਵਾਸਤੇ ਸਕੂਲ, बी ऑप्शन ਸਾਡੇ ਵਾਸਤੇ ਬਰਡਨ ਜਿਹਨੂੰ ਪੰਜਾਬੀ ਚ ਅਸੀਂ ਬੋਝ ਕਹਿ ਦਿੰਦੇ ਆ, सी ऑप्शन ਸਾਡੇ ਵਾਸਤੇ ਸੁਸਾਇਟੀ, ਔਰ डी ਸਾਡੇ ਵਾਸਤੇ ਹੈਗੀ ਆਪਸ਼ਨ ਪਾਸਟ ਮੈਮਰੀ। ਤਾਂ ਰੂਸੇ ਦੇ ਅਕੋਰਡਿੰਗ ਐਜੂਕੇਸ਼ਨ ਮੈਥਡ ਦੇ ਵਿੱਚ ਸਮਾਜ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ, ਠੀਕ ਹੈ। ਤਾਂ ਆਨਸਰ ਸਾਡੇ ਵਾਸਤੇ सी ਆਪਸ਼ਨ ਆਊਗਾ। ਜਿਵੇਂ ਕਿ ਆਪਣੇ ਆਨਲਾਈਨ ਔਰ ਆਫਲਾਈਨ ਕਲਾਸਿਸ ਜਦੋਂ ਗੱਲ ਕੀਤੀ ਸੀ ਨੋਟਸ ਦੇ ਵਿੱਚ ਇਹ ਚੀਜ਼ ਮੈਂਸ਼ਨ ਵੀ ਕੀਤੀ ਹੋਈ ਹੈ। ਸੁਸਾਇਟੀ ਦੀ ਗੱਲ ਇਹਨਾਂ ਨੇ ਨਹੀਂ ਕੀਤੀ ਸੀ, ਤਾਂ ਆਨਸਰ ਸਾਡੇ ਵਾਸਤੇ ਇੱਕੋ ਹੀ ਆਊਗਾ सी ਆਪਸ਼ਨ, ਠੀਕ ਹੈ। ਬਾਕੀ ਚੀਜ਼ਾਂ ਇਹਨਾਂ ਨਾਲ ਮਿਲਦੀ ਜੁਲਦੀਆਂ ਨੇ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 14। ਕੁਐਸਚਨ ਨੰਬਰ 14 ਕਹਿੰਦਾ ਕੀ ਹੈ, 14 ਕੁਐਸਚਨ ਦੇ ਵਿੱਚ ਕੀ ਕੀਤਾ ਹੈ, ਦ ਪ੍ਰਾਇਰ ਨੌਲੇਜ ਇਜ਼ ਅ ਨੌਲੇਜ। ਪ੍ਰਾਇਰ ਨੌਲੇਜ ਦਾ ਮਤਲਬ ਕੀ ਹੁੰਦਾ ਹੈ, ਅਗਰ ਕਿਸੇ ਬੱਚੇ ਨੂੰ ਕੋਈ ਨਾ ਅੱਜ ਕੋਈ ਪ੍ਰੋਬਲਮ ਹੋਈ ਹੈ ਕਰੰਟ ਸਿਚੁਏਸ਼ਨ ਦੇ ਵਿੱਚ, ਉਹੀ ਸੇਮ ਪ੍ਰੋਬਲਮ ਉਹਨੂੰ ਪਾਸਟ ਦੇ ਵਿੱਚ ਹੋਈ ਸੀ, ਤਾਂ ਉੱਥੇ ਜਿਹੜੀ ਉਹਨੇ ਨੌਲੇਜ ਯੂਜ਼ ਕੀਤੀ ਸੀ ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ, ਉਹੀ ਤੇ ਸੇਮ ਨੌਲੇਜ ਅੱਜ ਦੀ ਪ੍ਰੋਬਲਮ ਯੂਜ਼ ਕਰ ਸੋਲਵ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਮਤਲਬ ਇਹਦੇ ਵਿੱਚ ਗੱਲ ਕੀਤੀ ਗਈ ਕਿ ਅਗਰ ਪੁਰਾਣੀ ਕੋਈ ਨੌਲੇਜ ਹੈਗੀ ਹੈ ਉਹ ਹੋਏਗੀ ਕਿ ਓਬਵੀਅਸ ਉਹ ਐਕਸਪੀਰੀਅੰਸ ਬੇਸਡ ਤੇ ਹੋਏਗੀ, ਤਾਂ ਆਨਸਰ ਇਹਦੇ ਵਿੱਚ ਇਹੀ ਹੋਣਾ ਚਾਹੀਦਾ ਐਕਸਪੀਰੀਅੰਸ। ਤਾਂ ਦੇਖ ਲੈਣੇ ਫਿਲਹਾਲ ਕੁਐਸਚਨ ਨੂੰ ਦੁਬਾਰਾ ਰੀਡ ਆਊਟ ਕਰਕੇ। ਆ ਪ੍ਰਾਇਰ ਨੌਲੇਜ ਇਜ਼ ਅ ਨੌਲੇਜ, ਮਤਲਬ ਜਿਹੜੀ ਪਹਿਲਾਂ ਵਾਲੀ ਨੌਲੇਜ ਹੈ ਉਹੀ ਨੌਲੇਜ ਦੈਟ ਇਜ਼ ਨੋਨ ਐਜ਼ ਇੰਡੀਪੈਂਡੈਂਟਲੀ, ਉਹ ਕਿਹੜੀ ਹੋਏਗੀ, ਆਪਣੀ ਕਿਸ ਬੇਸ ਦੇ ਉੱਤੇ ਹੋਏਗੀ, ਐਨਾਲਾਈਸਿਸ। बी ऑप्शन है ਸਾਡੇ ਵਾਸਤੇ एविडेंस, सी ऑप्शन ਸਾਡੇ ਵਾਸਤੇ एक्सपीरियंस, डी ऑप्शन ਸਾਡੇ ਵਾਸਤੇ है इन्फॉर्मेशन। ਤਾਂ एक्सपीरियंस ਦੇ ਬੇਸ ਤੇ ਹੀ ਪਾਸਟ ਨੌਲੇਜ ਅੱਜ ਦੀ ਕਰੰਟ ਸਿਚੁਏਸ਼ਨ ਨੂੰ ਸੋਲਵ ਕਰ ਸਕਦੀ ਹੈ, ਅਗਰ ਤੁਹਾਡੇ ਵਾਸਤੇ ਕੋਈ ਨਾ ਕੋਈ ਕਰੰਟ ਦੇ ਵਿੱਚ ਸੇਮ ਪ੍ਰੋਬਲਮ ਹੋਈ ਹੈ ਜੋ ਪਾਸਟ ਦੇ ਵਿੱਚ ਹੋਈ ਸੀ। ਤਾਂ सी ऑप्शन ਸਾਡੇ ਵਾਸਤੇ ਰਾਈਟ ਆਨਸਰ ਹੈ। ਜਿਵੇਂ ਕਿ ਪੰਜਾਬੀ 'ਚ ਵੀ ਦਿੱਤਾ ਹੋਇਆ, ਅਗਰ ਕਿਸੇ ਨੂੰ ਇੰਗਲਿਸ਼ 'ਚ ਪ੍ਰੋਬਲਮ ਆ ਰਹੀ ਹੈ ਤਾਂ ਪੰਜਾਬੀ ਦੇ ਵਿੱਚ ਵੀ ਤੁਸੀਂ ਫਿਲਹਾਲ ਦੇਖ ਸਕਦੇ ਹੋ। ਸਾਡੇ ਜਿਹੜੇ ਨੋਟਸ ਨੇ ਉਹ ਬਾਇਲੈਂਗੁਅਲ ਹੀ ਪਾਏ ਜਾਂਦੇ ਨੇ, ਠੀਕ ਹੈ ਜੀ। ਨੈਕਸਟ ਆਓ क्वेश्चन नंबर 15। क्वेश्चन नंबर 15 की कह रहे हैं, आप पोस्टेरियरी नॉलेज, हुण जिहड़ी पोस्टेरियरी नॉलेज हुंदी है वो किहड़ी नॉलेज हुंदी है, एक्सपीरियंस तो बाद वाली नॉलेज हुंदी है। पहला गल कीती सी प्रायर नॉलेज दी, हुण गल कर रहे नॉलेज तो मतलब एक्सपीरियंस तो बाद वाली नॉलेज किहड़ी होएगी। इस नॉलेज आल्सो नोन एज पाए, वो किहड़ी नॉलेज होएगी, ओबवियस है हुण तुहानूं पता ही है जिहड़ी एक्सपीरियंस तो बाद वाली नॉलेज हुंदी है वो भी तो एक्सपीरियंस वाली हुंदी है। तो इहदा भी आंसर साडे वास्ते राइट होगा, पोस्ट आवे या पास्ट आवे, ठीक है, या प्री आवे, तो ਉਹਦਾ ਜਿਹੜਾ ਆਨਸਰ ਹੈ ਉਹ ਸਾਡੇ ਵਾਸਤੇ ਇੱਕੋ ਹੀ ਚੀਜ਼ ਲੈ ਕੇ ਆਊਗਾ ਜੋ ਇੰਡੀਪੈਂਡੈਂਟ ਹੁੰਦੀ ਹੈ। ਅਨੁਭਵ ਦੇ ਆਧਾਰ ਤੇ ਇਕੱਠੀ ਕੀਤੀ ਹੋਈ ਸਿੱਖਿਆ ਜਾਂ ਨੌਲੇਜ ਸਾਡੇ ਵਾਸਤੇ ਕੀ ਆਊਗੀ, ਉਹ ਇੱਕ ਤਰ੍ਹਾਂ ਦਾ ਆਨਸਰ ਲੈ ਕੇ ਆਉਂਦੀ, ਸਾਡੇ ਵਾਸਤੇ ਉਹ ਆਨਸਰ ਆਊਗਾ ਐਕਸਪੀਰੀਅੰਸ, ਚਾਹੇ ਪਾਸਟ ਹੈ ਜਾਂ ਪੋਸਟ ਹੈ ਜਾਂ ਸਾਡੇ ਵਾਸਤੇ ਪ੍ਰੀ ਹੈ, ਠੀਕ ਹੈ ਜੀ। 15 ਕੁਐਸਚਨ ਦਾ ਆਨਸਰ ਤੁਹਾਡੇ ਵਾਸਤੇ ਉਹ ਸੀ ਆਨਸਰ ਆਣਾ ਹੈ ਐਕਸਪੀਰੀਅੰਸ। ਨੈਕਸਟ ਆ ਕੁਐਸਚਨ ਨੰਬਰ 16 ਦੀ ਗੱਲ ਕਰੀਏ, ਇੰਪੋਰਟੈਂਟ ਕੁਐਸਚਨ ਹੈ। अकॉर्डिंग टू जॉन लॉक, हुण कहंदा की है, जॉन लॉक के अकॉर्डिंग अ चाइल्ड माइंड डज नॉट कंटेन एनी, एक छोटे ਜਿਹੇ ਬੱਚੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਨਹੀਂ ਹੁੰਦੀ ਹੈ, ਜੌਨ ਲੌਕ ਦੇ ਅਕੋਰਡਿੰਗ ਗੱਲ ਕੀਤੀ ਗਈ ਹੈ। ਤਾਂ ਨੋਟਸ ਵਿੱਚ ਬਹੁਤ ਵਾਰੀ ਇਹਨਾਂ ਦੀ ਗੱਲ ਕੀਤੀ ਗਈ ਸੀ। ਫਿਲਹਾਲ ਇਹਨਾਂ ਦੇ ਅਕੋਰਡਿੰਗ ਇੱਕ ਬੱਚੇ ਜਿਹੜਾ ਦਿਮਾਗ ਹੁੰਦਾ ਉਸ ਕਿਹੜੀ ਚੀਜ਼ ਨਹੀਂ ਪਾਈ ਜਾਂਦੀ ਹੈ, ਤਾਂ ਇਹ ਆਪਸ਼ਨ ਕਹਿੰਦੀ ਕੀ ਹੈ, ਮੈਮਰੀ। ਓਬਵੀਅਸ ਉਹ ਤਾਂ ਹੁੰਦੀ ਹੈ, ਤਾਂ ਹੀ ਆਪਣੇ ਮੰਮੀ ਪਾਪਾ ਨੂੰ ਬੱਚਾ ਇਮੀਟੇਟ ਕਰੇਗਾ। ਇਮੈਜੀਨੇਸ਼ਨ ਆਉਣ ਵਾਲੇ ਕੱਲ੍ਹ ਨੂੰ ਲੈ ਕੇ ਵੀ ਕੀਤੀ ਜਾ ਸਕਦੀ ਹੈ, ਠੀਕ ਹੈ। ਆਪਣੇ ਫਿਜ਼ੀਕਲ ਡਿਵੈਲਪਮੈਂਟ 'ਚ ਗੱਲ ਕੀਤੀ ਸੀ ਫਿਲਹਾਲ ਕਿ ਬੱਚਾ ਇਮੈਜਿਨ ਕਰਦਾ ਆਪਣੇ ਆਪ ਨੂੰ, ਜਿਵੇਂ ਤੁਸੀਂ ਬੱਚੇ ਨੂੰ ਡਾਕਟਰ ਸੈੱਟ ਲਿਆ ਕੇ ਦੇ ਦਿੰਦੇ ਹੋ ਜਾਂ ਲੜਕੀਆਂ ਨੂੰ ਕਿਚਨ ਸੈੱਟ ਲਿਆ ਕੇ ਦੇ ਦਿੰਦੇ ਹੋ, ਤਾਂ ਉਹਨਾਂ ਦੇ ਇੰਸਟਰੂਮੈਂਟ ਜੋ ਦਿੱਤੇ ਨੇ ਬੱਚਾ ਉਹਨੂੰ ਯੂਜ਼ ਕਰਦਾ ਹੈ, ਆਪਣੇ ਨੂੰ ਡਾਕਟਰ ਸਮਝਦਾ। ਅਗਰ ਡਾਕਟਰ ਸੈੱਟ ਦਿਲਾਇਆ, ਅਗਰ ਕਿਚਨ ਦਿਲਾਉਣ, ਕਿਚਨ ਸੈੱਟ ਦਿਲਾਉਣਾ, ਤਾਂ ਓਬਵੀਅਸ ਲੜਕੀ ਜਿਹੜੀ ਹੈਗੀ ਆਪਣੇ ਨੂੰ ਡੋਮੈਸਟਿਕ ਮਦਰ ਵੀ ਇੱਕ ਤਰ੍ਹਾਂ ਦਾ ਵਰਡ ਦੇ ਸਕਦੇ, ਬੱਚਾ ਇਮੈਜਿਨ ਕਰਦਾ, ਠੀਕ ਹੈ। ਉਸ ਤੋਂ ਬਾਅਦ सी पॉइंट दिता मेरे भी ਤੁਹਾਡਾ ਆਪਣਾ ਆਬਜ਼ਰਵੇਸ਼ਨ ਆਬਜ਼ਰਵ ਕਰੇਗਾ। डी पॉइंट ਸਾਡੇ ਵਾਸਤੇ ਕਿ ਇਨੇਟ ਆਈਡੀਆ, ਇਹ ਗਲਤ ਹੈ। ਹਿਊਮਨ ਮਾਈਂਡ ਜਿਹੜਾ ਹੈਗਾ ਸ਼ੁਰੂ ਤੋਂ ਕਹਿ ਸਕਦੇ ਕਿ ਜਦੋਂ ਬੱਚਾ ਜਨਮ ਲੈਂਦਾ ਔਰ ਤੋਂ ਹੀ ਬੱਚੇ ਦੇ ਅੰਦਰ ਸਾਰੀ ਕੁਆਲਿਟੀਜ਼ ਨਹੀਂ ਆਉਂਦੀਆਂ, ਬੱਚਾ ਸੁਸਾਇਟੀ ਨੂੰ ਦੇਖ ਕੇ ਆਪਣੇ ਪੇਰੈਂਟਸ ਨੂੰ ਦੇਖ ਕੇ ਕਰਦਾ ਸਾਰਾ ਕੁਝ ਸਿੱਖਦਾ ਹੈ। ਤਾਂ ਡੀ ਆਪਸ਼ਨ ਸਾਡੇ ਵਾਸਤੇ ਗਲਤ ਹੋਏਗੀ, ਇਹ ਚੀਜ਼ਾਂ ਬੱਚੇ ਦੇ ਮਾਈਂਡ 'ਚ ਨਹੀਂ ਪਾਈ ਜਾਂਦੀਆਂ। ਇਨੇਟ ਆਈਡੀਆ ਸ਼ੁਰੂਆਤ ਤੋਂ ਹੀ ਬੱਚੇ ਦੇ ਮਾਈਂਡ 'ਚ ਆਈਡੀਆਜ਼ ਆਉਂਦੇ, ਠੀਕ ਹੈ। ਬੱਚਾ ਸਿੱਖਦਾ ਪਰਮਾਤਮਾ ਤੁਹਾਡੇ ਆਪਣੇ ਪੇਰੈਂਟਸ ਨੂੰ ਦੇਖ ਕੇ ਸਿੱਖਦਾ, ਜੋ ਵੀ ਉਹਦੇ ਅੰਦਰ ਜਿਹੜਾ ਤੁਹਾਡੇ ਆਪਣੇ ਇਨਵਾਇਰਮੈਂਟ ਆਸੇ ਪਾਸੇ ਇਨਵਾਇਰਮੈਂਟ ਹੈ
ਉਹਨੂੰ ਦੇਖ ਕੇ ਬੱਚਾ ਕੀ ਕਰੇਗਾ, ਸਿੱਖੇਗਾ। ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 17 ਈਜ਼ੀ ਕੁਐਸਚਨ ਸੀਗਾ। ਦ ਐਪਲੀਕੇਸ਼ਨ ਆਫ ਆਈਡੀਆਜ਼, ਜਿੱਥੇ ਆਈਡੀਆਜ਼ ਅਪਲਾਈ ਕੀਤੇ ਜਾਂਦੇ ਨੇ, ਨੌਲੇਜ ਐਂਡ ਸਕਿੱਲ ਅਚੀਵ ਕੀਤੀ ਜਾਂਦੀ ਹੈ ਕਾਰੇ ਵਾਸਤੇ ਟੂ ਡਿਜ਼ਾਇਰਡ ਰਿਜ਼ਲਟ, ਜੋ ਵੀ ਇੱਕ ਰਿਜ਼ਲਟ ਸਾਨੇ ਅਚੀਵ ਕਰਨਾ ਜਾਂ ਲੈਣਾ ਹੈ ਉਹਨਾਂ ਨੂੰ ਅਸੀਂ ਕੀ ਕਵਾਂਗੇ। ਫਿਲਹਾਲ ਕੁਐਸਚਨ ਨੰਬਰ 70 ਇੱਕ ਦੁਬਾਰਾ ਰਿਪੀਟ ਕਰ ਦੇਣਾ, ਆਈਡੀਆ ਨੂੰ ਐਪਲੀਕੇਬਲ ਕਰਨ ਦੀ ਗੱਲ ਕੀਤੀ ਗਈ ਹੈ। ਤੁਹਾਨੂੰ ਪਹਿਲਾਂ ਬਹੁਤ ਵਾਰੀ ਸਮਝਾਇਆ ਗਿਆ, ਜਿੱਥੇ ਆਈਡੀਆਜ਼ ਨੂੰ ਅਪਲਾਈ ਕੀਤਾ ਜਾਂਦਾ ਹੈ ਉੱਥੇ ਆਈਡੀਆਜ਼ ਅਪਲਾਈ ਕਰਨਾ ਮਤਲਬ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਹੋਈ ਹੋਏਗੀ ਤਾਂ ਪ੍ਰੋਬਲਮ ਨੂੰ ਸੋਲਵ ਕਰਨਾ ਉੱਥੇ ਆਈਡੀਆ ਨੂੰ ਅਪਲਾਈ ਕਰਨਾ ਹੋਏਗਾ। ਨੌਲੇਜ ਔਰ ਸਕਿੱਲਸ ਨੂੰ ਮਤਲਬ ਲਗਾਉਣਾ ਉਹ ਵੀ ਅਪਲਾਈ ਕਰਨਾ ਕਾਹਦੇ ਵਾਸਤੇ, ਤਾਂ ਕਿ ਜਿਹੜਾ ਰਿਜ਼ਲਟ ਹੈ ਡਿਜ਼ਾਇਰਡ ਰਿਜ਼ਲਟ ਨੂੰ ਤੁਸੀਂ ਅਚੀਵ ਕਰ ਸਕੋ। ਉੱਥੇ ਕਿਹੜੀ ਥਿੰਕਿੰਗ ਹੋਏਗੀ। ਫਿਲਹਾਲ ਏ ਆਪਸ਼ਨ ਤੁਹਾਡੇ ਵਾਸਤੇ ਕ੍ਰਿਟੀਕਲ ਥਿੰਕਿੰਗ, ਬੀ ਆਪਸ਼ਨ ਤੁਹਾਡੇ ਵਾਸਤੇ ਕਿ ਪ੍ਰੋਬਲਮ ਸੋਲਵਿੰਗ, ਸੀ ਆਪਸ਼ਨ ਹੈ ਤੁਹਾਡੇ ਵਾਸਤੇ ਡਾਇਰੈਕਟਿਵ ਮੈਥਡ। ਇੱਥੇ ਮੈਥਡ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੋਈ ਤਾਂ ਸੀ ਆਪਸ਼ਨ ਮੈਂ ਇਹਦੇ ਵਿੱਚ ਰੋਂਗ ਸਮਝੂੰਗਾ। ਡੀ ਆਪਸ਼ਨ ਤੁਹਾਡੇ ਵਾਸਤੇ ਰੀਜ਼ਨ ਆਰਗੂਮੈਂਟ। ਠੀਕ ਹੈ, ਤੇ ਇੱਥੇ ਗੱਲ ਕੀਤੀ ਕਿ ਆਈਡੀ ਨੂੰ ਅਪਲਾਈ ਕਰਨ ਦੀ, ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਜਦੋਂ ਆਈਡੀਆ ਅਪਲਾਈ ਕੀਤਾ ਜਾਂਦਾ ਤਾਂ ਉਦੋਂ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ, ਤਾਂ ਹੀ ਤੁਸੀਂ ਆਪਣੇ ਆਈਡੀਆ ਨੂੰ ਜ਼ਿਆਦਾ ਤੋਂ ਜ਼ਿਆਦਾ ਐਕਸਪਲੋਰ ਕਰਦੇ ਹੋ, ਨੌਲੇਜ ਨੂੰ ਲਗਾਉਂਦੇ ਹੋ। ਠੀਕ ਹੈ, ਤਾਂ ਆਨਸਰ ਇੱਕੋ ਹੈਗਾ ਸਾਡੇ ਵਾਸਤੇ ਬੀ ਆਪਸ਼ਨ, ਸਮੱਸਿਆ ਨੂੰ ਹੱਲ ਕਰਨਾ, ਪ੍ਰੋਬਲਮ ਨੂੰ ਸੋਲਵ ਕਰਨਾ। ਤਾਂ ਬੀ ਆਪਸ਼ਨ ਸਾਡੇ ਵਾਸਤੇ ਰਾਈਟ ਆਪਸ਼ਨ ਹੈ ਇਸ ਚੀਜ਼ ਦੇ ਵਿੱਚ। ਈਜ਼ੀ ਕੁਐਸਚਨ ਸੀ। ਕੁਐਸਚਨ ਨੰਬਰ 18, ਕੁਐਸਚਨ ਨੰਬਰ 18 ਦੇਖੋ ਕੀ ਕਹਿ ਰਿਹਾ, ਇਹ ਥੋੜਾ ਮੁਸ਼ਕਿਲ ਹੈ। ਇੱਥੇ ਮੈਂ ਕਹੂੰਗਾ ਤੇ ਇੱਥੇ ਸਟਰਨਬਰਗ ਦੀ ਗੱਲ ਕੀਤੀ ਗਈ ਹੈ। ਮਲਟੀਪਲ ਇੰਟੈਲੀਜੈਂਸ ਦੀ ਆਪਾਂ ਨੇ ਬਹੁਤ ਸਾਰੀ ਥਿਊਰੀਜ਼ ਕੀਤੀ ਹੋਈਆਂ ਨੇ, 6-7 ਤਕਰੀਬਨ ਥਿਊਰੀਜ਼ ਆਪਾਂ ਨੇ ਕੀਤੀਆਂ ਨੇ। ਮਲਟੀਪਲ ਥਿਊਰੀ ਤੋਂ ਪਹਿਲਾਂ ਆਪਾਂ ਨੇ 1 ਵੇ ਥਿਊਰੀ ਕੀਤੀ ਹੈ, 2 ਵੇ ਥਿਊਰੀ ਕੀਤੀ ਹੈ, 2 ਔਰ ਮੋਰ ਥਿਊਰੀਜ਼ ਕੀਤੀਆਂ ਨੇ। ਮਲਟੀਪਲ ਇੰਟੈਲੀਜੈਂਸ ਦੀ ਬਹੁਤ ਸਾਰੀ ਥਿਊਰੀਜ਼ ਕੀਤੀਆਂ ਨੇ। ਇਹਦੇ ਵਿੱਚ ਆਪਾਂ ਨੇ ਸਟਰਨਬਰਗ ਦੀ ਥਿਊਰੀ ਵੀ ਕੀਤੀ ਸੀ, ਜਿਹਦੇ ਵਿੱਚ 3 ਉਹਨਾਂ ਨੇ ਰੂਟ ਦੀ ਗੱਲ ਕੀਤੀ ਸੀ। ਫਿਲਹਾਲ ਇਹ ਕੁਐਸਚਨ ਉਸ ਦੇ ਨਾਲ ਮਿਲਦਾ ਜੁਲਦਾ ਕੁਐਸਚਨ ਹੈ। ਠੀਕ ਹੈ, ਕੁਐਸਚਨ ਨੰਬਰ 18 ਪੜ੍ਹਦੇ ਹਾਂ ਕੀ ਕਹਿੰਦੇ ਇਹਦੇ ਵਿੱਚ। ਅਕੋਰਡਿੰਗ ਟੂ ਰੋਬਰਟ ਸਟਰਨਬਰਗ ਦੇ ਅਕੋਰਡਿੰਗ ਦ 3 ਡਿਫਰੈਂਟ ਟਾਈਪ ਆਫ ਰਿਕੁਆਇਰਡ ਇੰਟੈਲੀਜੈਂਸ, ਹੁਣ 3 ਡਿਫਰੈਂਟ ਟਾਈਪ ਦੀ ਗੱਲ ਕਰਦਾ, ਯਾਨੀ ਕਿ 2 ਔਰ ਮੋਰ ਦੀ ਗੱਲ ਕਰਦਾ ਹੋਇਆ। ਠੀਕ ਹੈ, ਤਾਂ ਇੱਕ ਬੱਚੇ ਦੀ ਇੰਟੈਲੀਜੈਂਸੀ ਨੂੰ, ਰਿਕੁਆਇਰਡ ਇੰਟੈਲੀਜੈਂਸ ਨੂੰ ਫੁੱਲਫਿਲ ਕਰਨ ਵਾਸਤੇ 3 ਤਰ੍ਹਾਂ ਦੇ ਕਿਹੜੀਆਂ ਚੀਜ਼ਾਂ ਨੇ ਜੋ ਬੱਚੇ ਦੇ ਅੰਦਰ ਕ੍ਰੀਏਟੀਵਿਟੀ ਲੈ ਕੇ ਆਉਂਦੀਆਂ ਨੇ। ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ, ਬੱਚਾ ਆਪ ਹੀ ਜਾਣਦਾ। ਮੈਂ ਤੁਹਾਨੂੰ ਕਿਹਾ ਸੀ ਇਹਦੇ ਵਿੱਚ ਇੱਕ ਫੁੱਲ ਫਾਰਮ ਬਣਾ ਲਿਓ ACP। ਠੀਕ ਹੈ, ਤਾਂ ਅਗਰ ਦੇਖਿਆ ਜਾਵੇ ACP ਦੇ ਅਕੋਰਡਿੰਗ ਤਾਂ ਇਹਦੇ ਵਿੱਚ ACP ਵਾਲੀ ਕੁਐਸਚਨ ਦੀ ਇੱਕੋ ਹੀ ਆਪਸ਼ਨ ਬਣਦੀ ਹੈ। ਬਾਕੀ ਸਾਰੀ ਥਿਊਰੀ ਜਿਹੜੀ ਤੁਹਾਡੀ ਆਪਸ਼ਨਸ ਨੇ, ਕੋਈ S ਤੋਂ ਸਟਾਰਟ ਹੁੰਦੀ ਹੈ, ਕੋਈ O ਤੋਂ ਸਟਾਰਟ ਹੁੰਦੀ ਹੈ, ਤਾਂ ACP ਵਾਲੇ ਵਾਸਤੇ ਸਾਡੇ ਇੱਕੋ ਹੀ ਆਪਸ਼ਨ ਸੀ, ਜਿਵੇਂ ਨੋਟਸ ਸਮਝਾਇਆ ਗਿਆ ਸੀਗਾ। ਆਪਸ਼ਨ ਨੰਬਰ A ਐਨਾਲਿਟੀਕਲ, ਕ੍ਰਿਟੀਕਲ ਐਂਡ ਪ੍ਰੈਕਟੀਕਲ। ਠੀਕ ਹੈ, ਜਿਵੇਂ ਪੰਜਾਬੀ 'ਚ ਵੀ ਮੈਂਸ਼ਨ ਕੀਤਾ ਹੋਵੇ ਕਿ ਕਈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਇੰਗਲਿਸ਼ ਦੇ ਵਿੱਚ, ਤਾਂ ਪੰਜਾਬੀ 'ਚ ਵੀ ਲਿਖਿਆ ਹੋਵੇ। ਫਿਲਹਾਲ ਉਹਨੂੰ ਵੀ ਤੁਸੀਂ ਪੜ੍ਹ ਸਕਦੇ ਹੋ, ਰੀਚ ਆਊਟ ਹੋ ਸਕਦਾ ਹੈ। ਐਨਾਲਿਟੀਕਲ, ਕ੍ਰਿਟੀਕਲ ਔਰ ਪ੍ਰੈਕਟੀਕਲ, ਇਹੀ 3 ਚੀਜ਼ਾਂ ਸਟਰਨਬਰਗ ਦੁਆਰਾ ਦੱਸੀ ਗਈਆਂ ਸੀ। ਤੁਹਾਡੇ ਆਪਣੀ ਆਪਸ਼ਨ ਆਏਗੀ ਤੁਹਾਡੇ ਵਾਸਤੇ ਇਹਦੇ ਵਿੱਚ A ਆਪਸ਼ਨ ਆਏਗੀ ਫਿਲਹਾਲ ਇਸ ਕੁਐਸਚਨ ਨੂੰ ਲੈ ਕੇ। ਠੀਕ ਹੈ, ਨੈਕਸਟ ਆਓ ਕੁਐਸਚਨ ਨੰਬਰ 19 ਕੁਐਸਚਨ ਕੀ ਕਹਿੰਦਾ, ਦ ਕਨੈਕਸ਼ਨ ਬਿਟਵੀਨ ਸਟਿਮੂਲਸ ਐਂਡ ਰਿਸਪੌਂਸ। ਬਹੁਤ ਵਾਰੀ ਹੋਇਆ S ਔਰ R ਦਾ ਜਿਹੜਾ ਤੁਹਾਡਾ ਆਪਣਾ ਰਿਲੇਸ਼ਨਸ਼ਿਪ ਦੱਸਿਆ ਹੋਇਆ। ਠੀਕ ਹੈ, ਉਹ ਕਨੈਕਸ਼ਨ ਸਾਡੇ ਵਾਸਤੇ ਹੁੰਦਾ ਕੀ ਹੈ, ਇੱਕ ਰਿਲੇਸ਼ਨਸ਼ਿਪ ਜਿਹਨੂੰ ਅਸੀਂ ਬੌਂਡ ਕਹਿ ਸਕਦੇ ਹਾਂ। ਠੀਕ ਹੈ, ਉਸ ਕਨੈਕਸ਼ਨ ਨੂੰ ਅਸੀਂ ਬੌਂਡ ਹੀ ਬੋਲਦੇ ਹਾਂ, ਜਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਮਤਲਬ ਅਨੁਬੰਧ ਹੁੰਦਾ ਹੈ। ਠੀਕ ਹੈ, ਜੋ ਰਿਲੇਸ਼ਨਸ਼ਿਪ ਲੈ ਕੇ ਆਉਂਦਾ, ਡਿਵੈਲਪ ਕਰਕੇ ਆਉਂਦਾ ਹੈ। ਲਰਨਿੰਗ ਥਿਊਰੀ 'ਚ ਬਹੁਤ ਵਾਰੀ ਇਹਨਾਂ ਚੀਜ਼ਾਂ ਦੀ ਗੱਲ ਕੀਤੀ ਹੋਈ ਹੈ। ਤਾਂ ਦੇਖੋ ਕੁਐਸਚਨ ਦੇ ਅਕੋਰਡਿੰਗ ਕਹਿੰਦਾ ਕੀ ਹੈ, ਜਿਹੜਾ ਤੁਹਾਡਾ ਆਪਣਾ ਸਟਿਮੂਲਸ ਔਰ ਰਿਸਪੌਂਸ ਦਾ ਕਨੈਕਸ਼ਨ ਹੁੰਦਾ ਉਹਨੂੰ ਅਸੀਂ ਕੀ ਬੋਲਦੇ ਹਾਂ। ਠੀਕ ਹੈ, SR ਨੂੰ ਕੀ ਬੋਲਾਂਗੇ। ਤਾਂ ਆਪਸ਼ਨ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਮੈਂ ਬੌਂਡ ਵਰਡ ਬੋਲਿਆ ਇੱਕ, ਤਾਂ ਜਿੱਥੇ ਵੀ ਬੌਂਡ ਲਿਖਿਆ ਹੋਇਆ ਉਹੀ ਆਨਸਰ ਸਾਡਾ ਰਾਈਟ ਆਨਸਰ ਹੋਊਗਾ। A ਆਪਸ਼ਨ ਨਹੀਂ ਹੋ ਸਕਦਾ, B ਆਪਸ਼ਨ ਨਹੀਂ ਹੋ ਸਕਦਾ। ਬਚਿਆ C ਔਰ D, C ਦੇ ਵਿੱਚ ਵੀ ਬੌਂਡ ਲਿਖਿਆ ਹੋਇਆ, D ਦੇ ਵਿੱਚ ਵੀ ਬੌਂਡ ਲਿਖਿਆ ਹੋਇਆ। ਪਰ ਕੁਐਸਚਨ ਧਿਆਨ ਨਾਲ ਅਗਰ ਪੜ੍ਹਿਆ ਹੋਵੇ ਤਾਂ ਕਨੈਕਸ਼ਨ ਸਟਿਮੂਲਸ ਔਰ ਰਿਸਪੌਂਸ ਦਾ ਕਹਿੰਦਾ ਹੋਇਆ। ਤਾਂ ਇਹਦੇ ਵਿੱਚ ਰਿਸੀਵਿੰਗ ਔਰ ਅਸੈਪਟਿੰਗ ਦੀ ਤਾਂ ਆਪਾਂ ਨੇ ਲਰਨਿੰਗ ਥਿਊਰੀ 'ਚ ਕੋਈ ਗੱਲ ਹੀ ਨਹੀਂ ਕੀਤੀ ਸੀ। ਤਾਂ D ਆਪਸ਼ਨ ਸਾਡੇ ਵਾਸਤੇ ਐਪਰੋਪ੍ਰੀਏਟ ਆਨਸਰ ਹੈ, ਜਿਸ 'ਚ ਗੱਲ ਕੀਤੀ ਕਿ ਤੁਹਾਡੇ ਆਪਣੇ ਸਟਿਮੂਲਸ ਰਿਸਪੌਂਸ ਬੌਂਡ ਦੀ। ਤਾਂ D ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਆਊਗਾ ਕੁਐਸਚਨ ਨੰਬਰ 19 ਦਾ। ਕੁਐਸਚਨ ਨੰਬਰ 19 ਦਾ ਨੈਕਸਟ ਆਓ ਕੁਐਸਚਨ ਨੰਬਰ 20। ਇੱਥੇ ਫਿਲਿੰਗਸ ਬਲੈਂਕ ਪਾ ਦਿੱਤਾ ਗਿਆ ਫਿਲਹਾਲ, ਜੋ ਈਜ਼ੀ ਵੀ ਹੈ ਔਰ ਪਹਿਲੇ ਕੁਐਸਚਨ ਦੇ ਨਾਲ ਮਿਲਦਾ ਜੁਲਦਾ ਕੁਐਸਚਨ ਹੀ ਹੈ। ਦੀ ਡੈਸ਼ ਮਤਲਬ ਡੈਸ਼ ਫਿਲ ਕਰਕੇ ਦਿਖਾਣੀ ਹੈ। ਤਾਂ ਸਟਿਮੂਲਸ ਰਿਸਪੌਂਸ ਬੌਂਡ, ਇੱਥੇ ਦੇਖੋ ਆਨਸਰ ਦੇ ਅਕੋਰਡਿੰਗ ਅਗਰ 20 ਕੁਐਸਚਨ ਦੇਖਦੇ ਹੋ ਤਾਂ ਇਹਦੇ ਵਿੱਚ 19 ਕੁਐਸਚਨ ਦਾ ਆਨਸਰ ਦਿੱਤਾ ਹੋਇਆ। ਤਾਂ ਸਟਿਮੂਲਸ ਰਿਸਪੌਂਸ ਬੌਂਡ ਜਿਹਨੂੰ ਅਸੀਂ SR ਬੌਂਡ ਬੋਲਦੇ ਹਾਂ, ਜਿੰਨਾ ਬੈਟਰ ਹੋਏਗਾ ਓਨਾ ਹੀ ਬੰਦਾ ਵੱਧ ਤੋਂ ਵੱਧ ਲਰਨ ਕਰੇਗਾ। ਦ ਬੈਟਰ ਅ ਪਰਸਨ ਹੈਜ਼ ਲਰਨ ਦੀ ਲੈਸਨ,
ਜਿੰਨਾ ਉਹ ਬੈਟਰ ਹੋਏਗਾ ਰਿਸਪੌਂਸ, ਜਿੰਨਾ ਕਨੈਕਸ਼ਨ ਉਹ ਵੱਧ ਤੋਂ ਵੱਧ ਸਟਰੋਂਗ ਬਣੂਗਾ, ਠੀਕ ਹੈ, ਓਨਾ ਹੀ ਬੰਦਾ ਵੱਧ ਤੋਂ ਵੱਧ ਕੀ ਕਰ ਸਕਦਾ ਹੈ, ਲਰਨ ਕਰ ਸਕਦਾ ਹੈ। ਮੈਂ ਇੱਥੇ ਵਰਡ ਬੋਲ ਚੁੱਕਿਆ ਫਿਲਹਾਲ, ਜਿੰਨਾ ਉਹ ਵੱਧ ਤੋਂ ਵੱਧ ਸਟਰੋਂਗ ਹੋਏਗਾ, ਮਤਲਬ ਕਨੈਕਸ਼ਨ ਜਿੰਨਾ ਆਪਣੇ ਆਪ 'ਚ ਈਜ਼ੀਲੀ ਤਰੀਕੇ ਨਾਲ ਡਿਵੈਲਪ ਕਰੋਗੇ, ਠੀਕ ਹੈ, ਸਟਰੋਂਗਲੀ ਤਰੀਕੇ ਨਾਲ ਡਿਵੈਲਪ ਕਰੋਗੇ, ਉਹਨੇ ਬੰਦੇ ਲਰਨਿੰਗ ਪੈਟਰਨ ਕੀ ਹੋਏਗਾ, ਜ਼ਿਆਦਾ ਅੱਛਾ ਬਣੇਗਾ। ਤਾਂ ਆਨਸਰ ਇੱਕੋ ਹੀ ਆਏਗਾ ਸਾਡੇ ਪਾਸ ਸੀ, ਦੱਸਣ ਦੀ ਜ਼ਰੂਰਤ ਨਹੀਂ ਹੈ, ਜਿਹਨੂੰ ਅਸੀਂ ਬੋਲਦੇ ਹਾਂ ਸੀ ਆਪਸ਼ਨ ਦੇ ਅਕੋਰਡਿੰਗ ਸਟਰੋਂਗਰ, ਮਜ਼ਬੂਤ। ਜਿੰਨਾ ਵੱਧ ਸਟਰੋਂਗ ਕਰੋਗੇ ਉਨਾ ਹੀ ਬੰਦੇ ਲਰਨਿੰਗ ਥਿਊਰੀ, ਮਤਲਬ ਲਰਨਿੰਗ ਜਿਹੜਾ ਹੋਏਗਾ ਪੈਟਰਨ ਉਹ ਜ਼ਿਆਦਾ ਇਨਹੈਂਸ ਹੋਏਗਾ, ਇੰਪਰੂਵ ਹੋਏਗਾ। ਨੈਕਸਟ ਆਓ ਕੁਐਸਚਨ ਨੰਬਰ 21, ਅਕੋਰਡਿੰਗ ਟੂ ਦ ਡੈਸ਼ the more you do something the better you are it। ਪਤਾ ਲੱਗ ਚੁੱਕਿਆ ਇਸ ਅਕੋਰਡਿੰਗ ਹੀ ਜਿੰਨਾ ਤੁਸੀਂ ਸਭ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਕਰੋਗੇ ਉਨੀ ਤੁਸੀਂ ਬੈਟਰ ਹੋਵੋਗੇ। ਕੀ ਕਰਾਂਗੇ ਕੀ ਨਹੀਂ ਕਰਾਂਗੇ ਉਹ ਤੁਹਾਨੂੰ ਸਭ ਨੂੰ ਪਤਾ ਹੈ। ਲੋ ਦਿੱਤੇ ਗਏ ਸੀ ਤੁਹਾਡੇ ਆਪਣੇ ਥੰਡਰਾਈਵ ਦੁਆਰਾ, ਜੋ ਦੋ ਲੋ ਦਿੱਤੇ ਗਏ ਨੇ, ਪ੍ਰਾਇਮਰੀ ਲੋ, ਸੈਕੰਡਰੀ ਲੋ, ਪ੍ਰਾਥਮਿਕ ਔਰ ਦੂਸਰੇ ਗੌਣ, ਠੀਕ ਹੈ। ਤਾਂ ਕਿਹੜਾ ਕਿਹੜਾ ਹੋਏਗਾ ਤੁਹਾਡੇ ਵਾਸਤੇ, ਉਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਪ੍ਰਾਇਮਰੀ ਲੋ ਦੇ ਵਿੱਚ 3 ਲੋ ਦੀ ਗੱਲ ਕੀਤੀ ਸੀ, ਉਸਦੇ ਬੇਸ ਤੇ ਹੀ ਪੁਆਇੰਟ ਹੈ। 3 ਲੋ ਕਿਹੜੇ ਕਿਹੜੇ ਸੀ, ਲੋ ਆਫ ਰੈਡੀਨੈਸ ਸੀਗਾ, ਲੋ ਆਫ ਐਕਸਰਸਾਈਜ਼ ਸੀਗਾ ਔਰ ਲੋ ਆਫ ਇਫੈਕਟ ਸੀਗਾ। ਤਾਂ ਇਹ ਕੱਲ ਕਿਸ ਚੀਜ਼ ਦੀ ਗੱਲ ਕਰਦਾ ਹੈ, ਇੱਕ ਚੀਜ਼ ਨੂੰ ਤੁਸੀਂ ਜਿੰਨਾ ਵੱਧ ਤੋਂ ਵੱਧ ਕਰੋਗੇ ਉਨੀ ਹੀ ਵੱਧ ਤੋਂ ਵੱਧ ਪ੍ਰੈਕਟਿਸ ਕਰੋਗੇ, ਮਤਲਬ ਜਿੰਨੀ ਪ੍ਰੈਕਟਿਸ ਕਰੋਗੇ ਉਨਾ ਹੀ ਤੁਸੀਂ ਬੈਟਰ ਰਿਜ਼ਲਟ ਪਾਓਗੇ। ਤੇ ਕਿਸ ਚੀਜ਼ ਦੀ ਗੱਲ ਕਰੂਗਾ, ਮੇਰੇ ਤੇ ਗੱਲ ਕੀਤੀ ਪ੍ਰੈਕਟਿਸ ਕਰਾਂਗੇ, ਮਤਲਬ ਉਸ ਚੀਜ਼ ਉੱਤੇ ਬਾਰ ਬਾਰ ਐਕਸਰਸਾਈਜ਼ ਕੀਤਾ ਜਾਊਗਾ। ਤਾਂ ਆਨਸਰ ਇੱਕੋ ਹੀ ਬਣੇਗਾ ਤੁਹਾਡੇ ਵਾਸਤੇ, ਬੀ ਆਨਸਰ ਹੈ। ਜਿੰਨੀ ਇੱਕ ਟੌਪਿਕ ਦੇ ਉੱਤੇ ਅਸੀਂ ਵੱਧ ਤੋਂ ਪ੍ਰੈਕਟਿਸ ਕਰਾਂਗੇ ਉਨੀ ਉਹ ਚੀਜ਼ ਵੱਧ ਤੋਂ ਵੱਧ ਕੀ ਹੋਏਗੀ, ਬੈਟਰ ਹੋਏਗੀ। ਤੁਹਾਨੂੰ ਸਭ ਨੂੰ ਪਤਾ ਹੈ ਫਿਲਹਾਲ, ਠੀਕ ਹੈ। ਕੁਐਸਚਨ ਨੰਬਰ 22, ਕੁਐਸਚਨ ਨੰਬਰ 22 ਚ ਕੀ ਕਹਿੰਦਾ ਹੈ, ਦੀ ਡੈਸ਼ ਸੇਜ਼, ਇੱਥੇ ਸੇਜ਼ ਆਣਾ ਸੀਗਾ, ਇੱਥੇ ਸੇਜ਼ ਆਣਾ ਸੀਗਾ, ਠੀਕ ਹੈ ਜੀ। ਡੈਸ਼ ਸੇਜ਼ ਵੀ ਆਰ ਮੋਟੀਵੇਟਡ ਟੂ ਗੇਨ ਰਿਵਾਰਡਡ, ਅਸੀਂ ਸਾਨੂੰ ਜਦੋਂ ਰਿਵਾਰਡ ਮਿਲਦਾ ਹੈ ਅਸੀਂ ਵੱਧ ਤੋਂ ਵੱਧ ਮੋਟੀਵੇਟ ਹੁੰਦੇ ਹਾਂ ਔਰ ਪੁਨਿਸ਼ਮੈਂਟ ਨੂੰ ਕੀ ਕਰਦੇ ਆ, ਅਵੋਇਡ ਕਰਦੇ ਆ। ਤਾਂ ਇੱਥੋਂ ਪਤਾ ਲੱਗ ਗਿਆ ਕਿ ਲੋ ਹੈ ਜਿਹਦੇ 'ਚ ਗੱਲ ਕੀਤੀ ਸੀ ਰੀਫੋਰਸਮੈਂਟ ਦੀ, ਬਦਲੇ 'ਚ ਅਗਰ ਅੱਛਾ ਕਰਾਂਗੇ ਤਾਂ ਰਿਵਾਰਡ ਮਿਲੇਗਾ, ਬੁਰਾ ਕਰਾਂਗੇ ਤਾਂ ਪੁਨਿਸ਼ਮੈਂਟ ਮਿਲੇਗੀ। ਤਾਂ ਰਿਫੋਰਸਮੈਂਟ ਵਰਡ ਕਹਿਣਾ ਇਹਦੇ ਵਿੱਚ ਗਲਤ ਹੋਏਗਾ ਫਿਲਹਾਲ, ਕਿਉਂਕਿ ਥੰਡਰਾਈਵ ਨੇ ਇਨਫੋਰਸਮੈਂਟ ਦੀ ਗੱਲ ਨਹੀਂ ਕੀਤੀ ਸੀ, ਉਹਨਾਂ ਨੇ ਗੱਲ ਕੀਤੀ ਸੀ ਕਿ ਕਿਹੜੀ ਚੀਜ਼ ਤੁਹਾਨੂੰ ਵੱਧ ਮੋਟੀਵੇਟ ਕਰਦੀ ਹੈ ਤੁਸੀਂ ਵੱਧ ਕਰੋਗੇ, ਜਿਹੜੀ ਤੁਹਾਨੂੰ ਚੀਜ਼ ਪੁਨਿਸ਼ਮੈਂਟ ਦੇਊਗੀ ਉਸ ਨੂੰ ਤੁਸੀਂ ਘੱਟ ਕਰੋਗੇ। ਤੇ ਇੱਥੇ ਗੱਲ ਕੀਤੀ ਕਿ ਲੋ ਆਫ ਇਫੈਕਟ ਦੁਆਰਾ, ਲੋ ਆਫ ਇਫੈਕਟ ਹੀ ਇਹਨਾਂ ਦਾ ਸਿਧਾਂਤ ਸੀ ਮੇਨ ਥੰਡਰਾਈਵ ਦੁਆਰਾ, ਜਿਹੜੀ ਚੀਜ਼ ਤੁਹਾਨੂੰ ਰਿਵਾਰਡ ਦੇਗੀ ਵੱਧ ਕੀਤੀ ਜਾਂਦੀ ਹੈ, ਜੋ ਤੁਹਾਨੂੰ ਪੁਨਿਸ਼ਮੈਂਟ ਦਿੱਤੀ ਦਊਗੀ ਉਹ ਚੀਜ਼ ਤੁਸੀਂ ਕੀ ਕਰੋਗੇ, ਘੱਟ ਕਰੋਗੇ। ਤਾਂ ਇਹ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਸੀ ਇਸ ਚੀਜ਼ ਨੂੰ ਲੈ ਕੇ, ਇਹ ਆਪਸ਼ਨ ਰਾਈਟ ਆਨਸਰ ਆਊਗਾ, ਲੋ ਆਫ ਇਫੈਕਟ। ਨੈਕਸਟ ਆਓ ਕੁਐਸਚਨ ਨੰਬਰ 23, ਦ ਸਟੱਡੀ ਆਫ ਦੀ ਫਿਜ਼ੀਕਲ, ਸੋਸ਼ਲ, ਮੈਂਟਲ ਐਸਪੈਕਟ ਆਫ ਦੀ ਏਜਿੰਗ ਇਜ਼ ਕਾਲਡ। ਹੁਣ ਧਿਆਨ ਰੱਖੋ ਤੇ 3 ਐਸਪੈਕਟ ਦੀ ਗੱਲ ਕੀਤੀ ਗਈ ਹੈ। ਪਹਿਲੀ ਗੱਲ ਕੀਤੀ ਹੈ ਕੁਐਸਚਨ ਨੰਬਰ 23 ਚ ਫਿਜ਼ੀਕਲ ਦੀ, ਦੂਸਰੀ ਗੱਲ ਕੀਤੀ ਹੈ ਤੁਹਾਡੇ ਵਾਸਤੇ ਸੋਸ਼ਲ ਦੀ ਔਰ ਥਰਡ ਗੱਲ ਕੀਤੀ ਤੁਹਾਡੇ ਵਾਸਤੇ ਮੈਂਟਲ ਦੀ। ਤਾਂ ਕੁਐਸਚਨ ਦੇ ਅਕੋਰਡਿੰਗ ਇਹਦੇ ਵਿੱਚ ਸਾਇੰਸ ਦੀ ਇੱਕੋ ਹੀ ਟਰਮ ਦਿੱਤੀ ਹੋਈ ਹੈ, ਬਾਕੀ ਕੋਈ ਵੀ ਟਰਮ ਤੁਹਾਡੇ ਆਪਣੀ ਤਿੰਨਾਂ ਚੀਜ਼ਾਂ ਨਾਲ ਨਹੀਂ ਮਿਲਦੀ ਜੁਲਦੀ ਹੈ, ਠੀਕ ਹੈ। ਤਾਂ ਆਨਸਰ ਸਾਡੇ ਵਾਸਤੇ ਬਣੂਗਾ ਸੀ, ਜੈਨੋਲੋਜੀ। ਧਿਆਨ ਰੱਖਿਓ ਜੈਨਟੋਲੋਜੀ ਇੱਕ ਤਰ੍ਹਾਂ ਦਾ ਵਰਡ ਹੈ ਜਿਸ ਇੱਕ ਬੰਦੇ ਦੀ ਏਜ ਦੇ ਅਕੋਰਡਿੰਗ ਤਿੰਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਇੱਕ ਸਰੀਰਕ ਦਾ, ਸਮਾਜਿਕ ਦਾ ਜਾਂ ਮਾਨਸਿਕ ਪਹਿਲੂਆਂ ਦਾ ਹੋਣਾ ਜ਼ਰੂਰੀ ਹੈ ਜਦੋਂ ਬੰਦਾ ਬੁਢਾਪੇ ਦੇ ਵਿੱਚ ਹੁੰਦਾ ਹੈ, ਕਿਉਂਕਿ ਏਜਿੰਗ ਦੀ ਗੱਲ ਕੀਤੀ ਗਈ ਹੈ। ਸੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਇਹ ਤਿੰਨੋਂ ਟਰਮਸ ਤੁਹਾਡੇ ਵਾਸਤੇ ਇਸੇ ਟਰਮ 'ਚ ਰੱਖੇ ਜਾਂਦੇ ਨੇ, ਟਰਮ ਦਾ ਨਾਮ ਹੈ ਜੈਨਟੋਲੋਜੀ, ਇਹ ਧਿਆਨ ਰੱਖਣਾ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 24 ਦੇ ਵਿੱਚ ਕੀ ਕਹਿੰਦਾ ਵੇ, ਇਹਦੇ ਵਿੱਚ ਟੂ ਬ੍ਰੇਕ ਇਨਫੋਰਮੇਸ਼ਨ। ਇੱਥੋਂ ਪਤਾ ਲੱਗ ਗਿਆ ਅਗਰ ਇਨਫੋਰਮੇਸ਼ਨ ਕਾਫੀ ਜ਼ਿਆਦਾ ਹੈਵੀ ਹੈ, ਇਹਨੂੰ ਅਸੀਂ ਪਾਰਟਸ ਦੇ ਵਿੱਚ ਕੀ ਕਰਦੇ ਨੇ, ਤੋੜ ਦਿੰਦੇ ਹਾਂ ਔਰ ਹਰੇਕ ਪਾਰਟਸ ਨੂੰ ਅਸੀਂ ਕੀ ਕਰਦੇ ਹਾਂ, ਐਗਜ਼ਾਮਿਨ ਕਰਦੇ ਹਾਂ। ਐਡ ਟੂ ਐਗਜ਼ਾਮਿਨ ਟੂ ਇਨਫੋਰਮੇਸ਼ਨ ਕਾਲਡ, ਅਗਰ ਐਗਜ਼ਾਮਿਨ ਕੀਤਾ ਜਾਂਦਾ ਹੈ ਤਾਂ ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲਾਂਗੇ। ਤਾਂ ਆਪਸ਼ਨ ਦਿੱਤੀ ਵੀਆਂ ਨੇ, ਐਨਾਲਾਈਸਿਸ, ਇਵੈਲੂਏਟਿੰਗ, ਓਰੀਜੀਨੇਟਿੰਗ ਜਾਂ ਸਿੰਥੇਸਾਈਜ਼ਿੰਗ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀ ਜਦੋਂ ਇਨਫੋਰਮੇਸ਼ਨ ਕਾਫੀ ਜ਼ਿਆਦਾ ਲੰਬੀ ਹੁੰਦੀ ਹੈ, ਹੈਵੀ ਹੁੰਦੀ ਹੈ, ਤਾਂ ਛੋਟੇ ਛੋਟੇ ਪਾਰਟਸ ਕੀ ਕਰ ਲਿੱਤੇ ਜਾਂਦੇ ਆ, ਬਾਈਫਰਗੇਟ ਕਰ ਲਿੱਤੇ, ਤੋੜ ਲਿੱਤਾ ਜਾਂਦਾ ਹੈ ਤਾਂ ਕਿ ਇੱਕ ਪ੍ਰੋਸੈਸ ਕੰਪਲੀਟ ਕੀਤੀ ਜਾ ਸਕਦੀ ਹੈ। ਉਸ ਪ੍ਰੋਸੈਸ ਦਾ ਨਾਮ ਕਿ ਸਾਡੇ ਵਾਸਤੇ ਵਿਸ਼ਲੇਸ਼ਣ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਐਨਾਲਾਈਸਿਸ ਬੋਲਦੇ ਹਾਂ, ਤਾਂ ਕਿ ਪ੍ਰੋਪਰ ਤਰੀਕੇ ਨਾਲ ਹਰ ਇੱਕ ਪਾਰਟ ਨੂੰ ਚੰਗੇ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਔਰ ਐਨਾਲਾਈਸਿਸ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 25। ਕੁਐਸਚਨ ਨੰਬਰ 25 ਚ ਕੀ ਕਹਿੰਦਾ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ। ਇੱਥੇ ਗੱਲ ਕੀਤੀ ਗਈ ਨੋਟ ਪ੍ਰਿੰਸੀਪਲ, ਜਿਹੜਾ ਨਹੀਂ ਹੋਏਗਾ ਫਿਲਹਾਲ, ਨੋਟ ਦੀ ਗੱਲ ਕੀਤੀ ਗਈ ਹੈ। ਪ੍ਰਿੰਸੀਪਲ ਗਰੋਥ ਐਂਡ ਡਿਵੈਲਪਮੈਂਟ ਦੇ ਅਕੋਰਡਿੰਗ ਕਿਹੜੀ ਨੀਚੇ ਦਿੱਤਾ ਪ੍ਰਿੰਸੀਪਲ ਨਹੀਂ ਆਏਗਾ। ਤਾਂ
ਆਪਾਂ ਨੇ 12-13 ਪ੍ਰਿੰਸੀਪਲਸ ਕੀਤੇ ਹੋਏ ਨੇ, ਠੀਕ ਹੈ, ਉਹਦੇ ਵਿੱਚੋਂ ਹੀ ਨਿਕਲ ਕੇ ਆਇਆ ਜੋ ਤੁਹਾਡੇ ਆਪਣੇ ਸਿਲੇਬਸ ਦਾ ਚੈਪਟਰ ਨੰਬਰ 2 ਹੈ। ਪ੍ਰਿੰਸੀਪਲ ਆਫ ਕੰਟੀਨਿਊਟੀ ਵੀ ਹੁੰਦਾ, ਆਪਸ਼ਨ ਨੰਬਰ ਏ ਵੀ ਸਹੀ ਹੈ। ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਵੀ ਹੁੰਦੀ ਹੈ, ਆਪਸ਼ਨ ਨੰਬਰ ਬੀ ਵੀ ਸਹੀ ਹੈ। ਪ੍ਰਿੰਸੀਪਲ ਕਲਾਸੀਫਿਕੇਸ਼ਨ ਇਹ ਨਹੀਂ ਆਊਗਾ, ਪਰ ਆਪਾਂ ਡੀ ਆਪਸ਼ਨ ਵੀ ਫਿਲਹਾਲ ਦੇਖ ਲੈਂਦੇ ਹਾਂ। ਪ੍ਰਿੰਸੀਪਲ ਇੰਡੀਵਿਜੂਅਲਿਟੀ ਵਿਅਕਤੀਗਤਤਾ ਸਿਧਾਂਤ ਇਹ ਵੀ ਆਊਗਾ। ਤਾਂ ਧਿਆਨ ਰੱਖਿਓ ਆਪਸ਼ਨ ਇੱਕੋ ਹੀ ਬਣੇਗੀ ਸਾਡੇ ਵਾਸਤੇ, ਆਪਸ਼ਨ ਨੰਬਰ ਸੀ ਹੈ। ਪ੍ਰਿੰਸੀਪਲ ਕਲਾਸੀਫਿਕੇਸ਼ਨ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਦੇ ਅਕੋਰਡਿੰਗ ਨਹੀਂ ਆਉਂਦਾ। ਵਰਗੀਕਰਨ ਦਾ ਸਿਧਾਂਤ ਇਹਦੇ ਵਿੱਚ ਨਹੀਂ ਰੱਖਿਆ ਜਾਊਗਾ, ਤਾਂ ਸੀ ਆਪਸ਼ਨ ਨੋਟ ਦੀ ਗੱਲ ਕਰਦਾ ਹੈ, ਤਾਂ ਰਾਈਟ ਆਂਸਰ ਸਾਡੇ ਵਾਸਤੇ ਸੀ ਹੀ ਆਏਗਾ। ਠੀਕ ਹੈ ਜੀ। ਨੈਕਸਟ ਆ ਬੇਟੇ ਕੁਐਸਚਨ ਨੰਬਰ 26। ਕੁਐਸਚਨ ਨੰਬਰ 26 ਇੰਪੋਰਟੈਂਟ ਕੁਐਸਚਨ ਹੈ। ਵਰਬਲ ਇੰਟੈਲੀਜੈਂਸਿਸ ਟੈਸਟ ਜਿਹਨੂੰ ਅਸੀਂ ਵਿਟ ਬੋਲਦੇ ਹਾਂ, VIT, ਬਹੁਤ ਵਾਰ ਨੋਟਸ ਕੀਤਾ ਵੀ ਨੇ ਆਪਾਂ ਨੇ। ਵਰਬਲ ਇੰਟੈਲੀਜੈਂਸ ਟੈਸਟ ਆਰ ਬੈਸਟ ਆਪਸ਼ਨ ਫॉर। ਹੁਣ ਬੋਲ ਕੇ ਦਿੱਤੇ ਹੋਏ ਟੈਸਟ ਕਿੰਨਾ ਲੋਕਾਂ ਵਾਸਤੇ ਸਹੀ ਹੋਏਗਾ, ਤਾਂ ਤੁਹਾਨੂੰ ਇੱਥੇ ਪਤਾ ਲੱਗ ਜਾਊਗਾ। ਲਿਟਰੇਟ ਪਰਸਨਸ, ਇੱਥੇ ਪਰਸਨ ਆਣਾ ਸੀਗਾ। ਲਿਟਰੇਟ ਪਰਸਨ ਜੋ ਪੜ੍ਹੇ ਲਿਖੇ ਹੁੰਦੇ ਨੇ, ਇਲਿਟਰੇਟ ਪਰਸਨ ਜੋ ਅਨਪੜ੍ਹ ਹੁੰਦੇ ਨੇ, ਉਹਨਾਂ ਨੂੰ ਤਾਂ ਪਤਾ ਹੀ ਫਿਲਹਾਲ ਕੁਝ ਨਹੀਂ, ਤਾਂ ਆਨਸਰ ਇਹ ਤਾਂ ਬਣੇਗਾ ਹੀ ਨਹੀਂ। ਸਮਾਲ ਚਿਲਡਰਨ ਹਮੇਸ਼ਾ ਇੱਥੇ ਜਿਹੜਾ ਵਰਕ ਮੰਗਦੇ ਨੇ ਉਹ ਵਰਬਲ ਨਹੀਂ ਮੰਗਦੇ, ਉਹ ਦੋਨੋਂ ਚੀਜ਼ਾਂ ਮੰਗਦੇ ਨੇ। ਠੀਕ ਹੈ, ਤਾਂ ਆਨਸਰ ਸਾਡੇ ਵਾਸਤੇ ਸੀ ਆਪਸ਼ਨ ਵੀ ਗਲਤ ਹੈ। ਸਪੈਸ਼ਲ ਚਿਲਡਰਨ ਉਹ ਮਤਲਬ ਨੀਡਸ ਦੇ ਅਕੋਰਡਿੰਗ ਹੁੰਦੇ ਨੇ, ਤਾਂ ਇੱਥੇ ਦੇਖਿਆ ਜਾਵੇ ਤਾਂ ਆਨਸਰ ਕਲੋਜ਼ ਫਰਮ ਵਾਲੀ ਇੱਕੋ ਹੀ ਹੈ ਸਾਡੇ ਵਾਸਤੇ, ਲਿਟਰੇਟ ਪਰਸਨ। ਪੜ੍ਹੇ ਲਿਖੇ ਜਿਹੜੇ ਬੰਦੇ ਹੁੰਦੇ ਨੇ, ਠੀਕ ਹੈ, ਉਹੀ ਇੱਕ ਮੌਖਿਕ ਟੈਸਟ ਦੀ ਜਵਾਬ ਦੇ ਸਕਦੇ ਨੇ, ਤਾਂ ਆਨਸਰ ਸਾਡੇ ਵਾਸਤੇ ਇਹਦੇ ਵਿੱਚ ਏ ਹੀ ਬਣੂਗਾ, ਲਿਟਰੇਟ ਪਰਸਨ। ਠੀਕ ਹੈ ਜੀ। ਨੈਕਸਟ ਆ ਕੁਐਸਚਨ ਨੰਬਰ 27। ਕੁਐਸਚਨ ਨੰਬਰ 27 ਕੀ ਕਹਿ ਰਹੇ ਇਹਦੇ ਵਿੱਚ, ਲਰਨਿੰਗ ਡਿਸੇਬਿਲਿਟੀ ਮੇ ਅਕਰ ਡਿਊ ਆਲ ਆਫ ਦੀ ਫਲੋਇੰਗ ਐਕਸੈਪਟ। ਕਹਿੰਦਾ ਜਿਹੜੇ ਲਰਨਿੰਗ ਡਿਸੇਬਿਲਿਟੀ ਹੈ ਉਹ ਹੋ ਸਕਦੀ ਹੈ, ਨੀਚੇ ਦਿੱਤੇ ਪੁਆਇੰਟਸ ਨੇ ਉਹ ਸਾਰੇ ਦੇ ਵਿੱਚ ਹੋ ਸਕਦੀ ਹੈ, ਲੇਕਿਨ ਇੱਕ ਨੂੰ ਛੱਡ ਕੇ। ਇੱਥੇ ਗੱਲ ਕੀਤੀ ਹੈ ਐਕਸੈਪਟ ਦੀ, ਮਤਲਬ ਇੱਕ ਨੂੰ ਛੱਡ ਕੇ ਲਰਨਿੰਗ ਡਿਸੇਬਿਲਿਟੀ ਕਦੋਂ ਨਹੀਂ ਹੋਏਗੀ। ਸਿੰਪਲ ਜਿਹੇ ਵਰਡ ਨਾਲ ਮੈਂ ਬੋਲ ਦੇਣਾ, ਇਹਦੇ ਵਿੱਚ ਜਿਹੜੀ ਆਪਸ਼ਨ ਹੈ ਉਹ ਇੱਕ ਆਪਸ਼ਨ ਐਸੀ ਹੈ ਜੋ ਇਹਦੇ ਫੇਵਰ ਦੇ ਵਿੱਚ ਨਹੀਂ ਹੈ। ਦਾ ਫਸਟ ਆਪਸ਼ਨ ਸਾਡੇ ਵਾਸਤੇ ਡੀ ਟੀਚਰ ਵੇ ਆਫ ਟੀਚਿੰਗ, ਇਹ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ, ਕਿਉਂਕਿ ਇਹਦੇ ਵਿੱਚ ਟੀਚਰ ਪੜ੍ਹਾਉਂਦਾ ਹੈ, ਉਹਦੇ ਪੜ੍ਹਾਉਣ ਦਾ ਤਰੀਕਾ ਤੁਹਾਨੂੰ ਸਹੀ ਲੱਗਦਾ ਹੈ, ਤਾਂ ਲਰਨਿੰਗ ਡਿਸੇਬਿਲਿਟੀ ਕਦੀ ਵੀ ਨਹੀਂ ਹੋ ਸਕਦੀ, ਤਾਂ ਇਹ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਪਰ ਆਪਾਂ ਆਪਸ਼ਨ ਬਾਕੀ ਵੀ ਦੇਖ ਲੈਂਦੇ ਹਾਂ। ਮੈਂਟਲ ਰਿਟਾਰਡੇਸ਼ਨ ਇਹਦੇ ਫੇਵਰ ਦੇ ਵਿੱਚ ਹੀ ਹੈ। ਪ੍ਰੀਨੈਂਟਲ ਯੂਜ਼ ਆਫ ਐਲਕੋਹਲ, ਮਤਲਬ ਆਪਣੀ ਉਮਰ ਤੋਂ ਪਹਿਲਾਂ ਹੀ ਸ਼ਰਾਬ ਦਾ ਯੂਜ਼ ਕਰਨਾ, ਇਹ ਵੀ ਇੱਕ ਤਰ੍ਹਾਂ ਦੀ ਇਹਦੇ ਵਿੱਚ ਫੇਵਰ ਦੇ ਵਿੱਚ ਹੈ। ਜਾਂ ਦੂਸਰੀ ਗੱਲ ਕੀਤੀ ਇਹਦੇ ਵਿੱਚ ਬੱਚੇ ਦਾ ਮੈਗਨੀਟਾਈਜ਼ਡ ਡਿਊਰਿੰਗ ਇਨਫੈਂਸੀ, ਮਤਲਬ ਇਹਦੇ ਵਿੱਚ ਗੱਲ ਕੀਤੀ ਕਿ ਬੱਚੇ ਨੂੰ ਸ਼ੁਰੂ ਤੋਂ ਹੀ ਮੈਮਰੀ ਲੋਸਟ ਦੀ ਕਹਾਣੀ ਆ ਰਹੀ ਹੈ, ਸ਼ੁਰੂ ਤੋਂ ਮੈਮਰੀ ਲੋਸਟ ਬੱਚਾ ਹੈ, ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਯਾਦ ਰਹਿੰਦਾ, ਤਾਂ ਇਹ ਵੀ ਇੱਕ ਤਰ੍ਹਾਂ ਦੀ ਇਹਦੇ ਫੇਵਰ ਦੇ ਵਿੱਚ ਹੈ। ਤਾਂ ਡੀ ਆਪਸ਼ਨ ਦੇ ਇਹਨਾਂ ਆਪਸ਼ਨਾਂ ਦੇ ਅਕੋਰਡਿੰਗ ਸਾਡਾ ਏ ਆਪਸ਼ਨ ਰਾਈਟ ਆਨਸਰ ਆਊਗਾ। ਟੀਚਰ ਦੇ ਦੁਬਾਰਾ ਪੜ੍ਹਾਇਆ ਹੋਇਆ ਜਿਹੜਾ ਵੇ ਹੋਏਗਾ ਉਹਦੇ ਨਾਲ ਲਰਨਿੰਗ ਡਿਸੇਬਿਲਿਟੀ ਨਹੀਂ ਹੋ ਸਕਦੀ ਹੈ। ਇੱਥੇ ਐਕਸੈਪਟ ਦੀ ਗੱਲ ਕੀਤੀ ਸੀ, ਬਾਕੀ ਤਿੰਨ ਆਪਸ਼ਨ ਜਿਹੜੀ ਹੈਗੀਆਂ ਇਹਦੇ ਫੇਵਰ 'ਚ ਬੋਲਦੀਆਂ ਨੇ। ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 28, ਇਹ ਆਪਸ਼ਨ ਰਾਈਟ ਆਨਸਰ ਆਊਗੀ 27 ਦੀ, ਇਹ ਵੀ ਧਿਆਨ ਰੱਖਿਓ ਜੀ। ਨੈਕਸਟ ਕੁਐਸਚਨ ਨੰਬਰ 28, ਵਿਚ ਆਫ ਦੀ ਫੋਲੋਇੰਗ ਇਜ਼ ਦ ਅਫੇਅਰ ਆਫ ਲਰਨਿੰਗ। ਕਹਿੰਦਾ ਨੀਚੇ ਦਿੱਤੇ ਕਾਰਨਾਂ ਦੇ ਵਿੱਚੋਂ ਜਿਹੜੇ ਪੁਆਇੰਟ ਦਿੱਤੇ ਹੋਏ ਨੇ, ਇੱਕ ਕਾਰਨ ਕਿਹੜਾ ਐਸਾ ਹੈ ਜੋ ਅਫੇਅਰ ਆਫ ਲਰਨਿੰਗ ਨੂੰ ਸ਼ੋ ਕਰਦਾ। ਅਫੇਅਰ ਆਫ ਲਰਨਿੰਗ ਮਤਲਬ ਜਿੱਥੇ ਬੱਚਾ ਸਿੱਖਣ ਦੇ ਮਾਮਲੇ ਨੂੰ ਪ੍ਰਦਰਸ਼ਿਤ ਕਰੇਗਾ, ਰਿਪਰੈਜ਼ੈਂਟ ਕਰੇਗਾ। ਏ ਪੁਆਇੰਟ ਹੈ ਨੈਚੁਰਲ, ਬੀ ਪੁਆਇੰਟ ਹੈ ਪਰਸਨਲ, ਸੀ ਪੁਆਇੰਟ ਹੈ ਸੋਸ਼ਲ, ਡੀ ਪੁਆਇੰਟ ਹੈ ਤੁਹਾਡੇ ਵਾਸਤੇ ਆਲ ਆਫ ਅਬਵ। ਤਾਂ ਆਨਸਰ ਸਾਰੇ ਨੇ, ਨੈਚੁਰਲ ਵੀ ਹੈ, ਪਰਸਨਲ ਵੀ ਹੈ, ਸੋਸ਼ਲ ਵੀ ਹੈ, ਆਲ ਆਫ ਅਬਵ ਸਾਡੇ ਵਾਸਤੇ ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਕੁਐਸਚਨ ਨੰਬਰ 28 ਦਾ ਡੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਹੈ। ਕੁਐਸਚਨ ਨੰਬਰ 29 ਕੀ ਕਹਿੰਦਾ ਹੈ, ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ। ਜਿਹੜੇ ਬੱਚੇ ਸਪੈਸ਼ਲ ਨੀਡਸ ਵਾਲੇ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ, ਮਤਲਬ ਕਿਹੜੀ ਚੀਜ਼ ਇੰਕਲੂਡ ਹੋਣੀ ਚਾਹੀਦੀ ਹੈ। ਰਿਪੀਟਡ ਕੁਐਸਚਨਸ ਪਾ ਦਿੱਤਾ ਗਿਆ ਸੀ, ਮਾਰਕਸ ਇੱਕ ਬੱਚੇ ਦੇ ਵੈਸੇ ਵੱਧ ਆ ਗਏ ਹੋਣਗੇ, ਤਾਂ ਕੁਐਸਚਨ ਨੰਬਰ 29 ਦੇ ਅਕੋਰਡਿੰਗ ਆਨਸਰ ਤੁਹਾਡਾ ਆਪਣਾ ਇਹਦੇ ਵਿੱਚ ਡੀ ਹੀ ਆਉਣਾ ਸੀਗਾ, ਇੱਕ ਤਰ੍ਹਾਂ ਦਾ ਜਿਹਦੇ ਵਿੱਚ ਟੀਚਰ ਦਾ ਇੱਕ ਨਜ਼ਰੀਆ ਚੇਂਜ ਕਰਨਾ, ਤਾਂ ਕਿ ਬੱਚੇ ਜੇ ਕੋਈ ਸਪੈਸ਼ਲ ਨੀਡਸ ਦੇ ਬੱਚੇ ਨੇ ਤਾਂ ਉਹਨਾਂ ਨੂੰ ਪੜ੍ਹਾਇਆ ਜਾ ਸਕਦਾ। ਬਸ ਇੱਕ ਹੋਣਾ ਜ਼ਰੂਰੀ ਹੈ ਕਿ ਬੱਚਾ ਰੈਗੂਲਰ ਤਰੀਕੇ ਨਾਲ ਸਕੂਲ ਦੇ ਵਿੱਚ ਰੈਗੂਲਰਿਟੀ ਬਣਾਈ ਰੱਖੇ, ਤਾਂ ਹੀ ਟੀਚਰ ਉਸ ਬੱਚੇ ਨੂੰ ਪੜ੍ਹਾ ਸਕਦਾ। ਇਹ ਨਾ ਕਹਿ ਦਿੱਤਾ ਤੁਸੀਂ ਵੋਕੇਸ਼ਨਲ ਟ੍ਰੇਨਿੰਗ ਮਤਲਬ ਲੈ ਸਕਦੇ ਹੋ, ਐਸਾ ਕੁਝ ਨਹੀਂ ਹੁੰਦਾ। NCF ਨੇ ਕਿਹਾ ਹੈ ਕਿ ਰੈਗੂਲਰ ਸਕੂਲ ਦੇ ਵਿੱਚ ਬੱਚਾ ਆਊਗਾ ਔਰ ਬਾਕੀ ਨੋਰਮਲ ਬੱਚੇ ਦੇ ਨਾਲ ਬੱਚਾ ਕੀ ਕਰੂਗਾ, ਪੜ੍ਹੇਗਾ। ਕੁਐਸਚਨ ਨੰਬਰ 30 ਇੰਪੋਰਟੈਂਟ ਕੁਐਸਚਨ ਹੈ, ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਇੱਕ ਬੱਚੇ ਦੇ ਫਿਜ਼ੀਕਲ ਡਿਵੈਲਪਮੈਂਟ ਦੀ। ਤਾਂ ਕੁਐਸਚਨ ਨੰਬਰ 30 ਕੀ ਕਹਿੰਦਾ, ਦ ਸੈਫਰੋਕੌਡਲ ਪ੍ਰਿੰਸੀਪਲ। ਨਾਮ ਤੇ ਪਤਾ ਲੱਗ ਗਿਆ ਇਹਦੇ ਵਿੱਚ ਸੈਫਰੋਕੌਡਲ ਦੀ ਗੱਲ ਕੀਤੀ ਹੈ, ਨਾ ਕਿ ਅਪਰੋਕਸੀਮੇਟਲੀ ਡਿਸਟਲ ਦੀ ਗੱਲ ਕੀਤੀ ਹੈ। ਤਾਂ ਜਿਹੜਾ ਪ੍ਰਿੰਸੀਪਲ ਹੈ
ਇਹ ਕਿਹੜੀ ਚੀਜ਼ ਲੈ ਕੇ ਆਉਂਦਾ ਹੈ, ਮਤਲਬ ਕਿੱਥੋਂ ਤੋਂ ਕਿੱਥੇ ਤੱਕ ਦੀ ਗੱਲ ਕਰਦਾ ਹੈ। ਤਾਂ ਤੁਹਾਨੂੰ ਸਭ ਨੂੰ ਪਤਾ ਹੈ ਇਹਦੇ 'ਚ ਗੱਲ ਕੀਤੀ ਗਈ ਸੀ ਬੱਚੇ ਦੇ ਟੌਪ ਤੋਂ ਲੈ ਕੇ ਬੋਟਮ ਤੱਕ ਦੀ, ਯਾਨੀ ਕਿ ਹੈਡ ਤੋਂ ਲੈ ਕੇ ਟੋ ਤੱਕ ਦੀ, ਯਾਨੀ ਕਿ ਸਿਰ ਤੋਂ ਲੈ ਕੇ ਪੈਰ ਤੱਕ ਦੀ ਗੱਲ ਕੀਤੀ ਗਈ ਹੈ। ਸੈਂਟਰ ਵਾਲੇ ਪਾਰਟਸ ਨੂੰ ਅਸੀਂ ਪ੍ਰੋਕਸੀ ਡਿਸਟਲ ਕਰਨੇ ਆ, ਪ੍ਰੋਕਸੀਮੀ ਡਿਸਟਲ ਕਹਿੰਦੇ ਆ। ਤਾਂ ਸੈਫਲੋਕੌਡਲ ਪ੍ਰਿੰਸੀਪਲ ਸਾਡੇ ਵਾਸਤੇ ਇੱਕੋ ਹੀ ਚੀਜ਼ ਸਾਡੇ ਵਾਸਤੇ ਗੱਲ ਕਰੂਗਾ ਹੈਡ ਟੂ ਟੋ ਦੀ। ਤੁਹਾਡੇ ਸਾਹਮਣੇ ਸੀ ਆਪਸ਼ਨ ਸਾਡੀ ਇਹਦੇ ਵਾਸਤੇ ਰਾਈਟ ਆਨਸਰ ਬਣੂਗਾ ਸੈਫਲੋਕੌਡਲ ਪ੍ਰਿੰਸੀਪਲ ਨੂੰ ਲੈ ਕੇ। ਠੀਕ ਹੈ ਜੀ, ਇਹ ਤੁਹਾਡਾ ਆਪਣਾ ਪ੍ਰੀਵੀਅਸ ਪੇਪਰ ਸੀ 2019-20 ਦਾ। ਅਗਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ, ਜਾਂ ਸਾਡਾ ਕੋਈ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਈਟੀਟੀ ਨੂੰ ਲੈ ਕੇ ਔਰ ਪੀਟੈਟ ਨੂੰ ਲੈ ਕੇ, ਦੋਨੋਂ ਰੈਗੂਲਰ ਬੈਚ ਆਫਲਾਈਨ ਆਨਲਾਈਨ ਚੱਲ ਰਹੇ ਹੈ, ਤਾਂ ਇसी ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਗਰੁੱਪ ਬਣਿਆ ਹੋਇਆ, ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਫ੍ਰੀ ਗਰੁੱਪ ਹੈ ਔਰ ਇਹ 'ਚ ਕੋਈ ਵੀ ਅਗਰ ਡਾਊਟ ਹੁੰਦਾ ਹੈ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਅਦਰਵਾਈਜ਼ दूसरा नंबर बाला एजुकेशन पॉइंट का कॉन्टैक्ट नंबर है 9646810103। ਤੁਸੀਂ ਇਹਦੇ ਉੱਤੇ ਵੀ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ।